बरन न सको। तू ठाकुर ऊच भगवाना, मन रे छाडो भ्रम, प्रगट होए नाचो। या माया के डांडे, सूर के सन्मुख रन ते डर पै। सती के सांचे भांडे, डगमग डगमग छाड़ रे मन बोरा। अब थो जरे मरे सिद्ध पाइय, लीनो हाथ सिंधोरा। तेरे कवन कवन गुण कह कह गावा, तू साहिब गुणी निधाना। तुमरी महिमा बरन न सको, तू ठाकुर ऊच भगवाना। सतनाम श्री वाहिगुरु साहिब जी। कतक कर्म कमावणे, दोष न काहूँ जोग। परमेश्वर ते भुलिया, व्यापन सबे रोग। वे मुख होए राम ते, लगन जन्म विजोग। खिन में कौड़े होए गए, जितड़े माया भोग। विच ना कोई कर सकै, किस थै रोवै रोज। कीता किशु ना होवई, लिखिया तुर संजोग। बड़ भागी मेरा प्रभ मिलै, तां उतरै सब वियोग। नानक को प्रभ राख ले, मेरे साहिब बंदी मोच। कतक हुवै साध संग, बिनसै सबे सोच। नानक को प्रभ राख ले, मेरे साहिब बंदी मोच। कतक होवै साध संग, बिनसै सबे सोच। वाहिगुरु जी का खालसा, वाहिगुरु जी की फतेह। सतगुरु गुरु गरीब निवाज धन धन साहिब श्री गुरु ग्रंथ ਸਾਹਿਬ महाराज सच्चे पातशाह जी ਦੀ मेहर बख्शिश किरपा दयालता सदका अज ਆਪਾਂ हफ्तावारी दीवान गदरी बाबिਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਸਮੂਹਕ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਜਿੱਥੇ ਯਾਦ ਨੂੰ ਸਮਰਪਿਤ ਹੈ, ਉੱਥੇ ਨਾਲ ਹੀ कौम के महान शहीद जथेदार भाई साहब भाई तलविंदर सिंह जी बब्बर, तिन्हां दी याद नूं भी आपां मना रहे हाँ। संखेप रूप दे विच बेनती करके फिर आपां जो अस्सू दे महीने तो उपरंत कत्ते दे महीने की शुरुआत हुई है, जिसनूं आपां कहने आ संगरांद ते कत्ते दे महीने की आरंभता है। कई दफ़ा अर्ज की है, फिर अज आप बेनती करांगे। पर सब तो पहलों बेनती करते हाँ
ਸ਼ਹੀਦਾਂ ਦੇ ਬਾਬਤ ਅਤੇ ਮੌਤ ਦੇ ਬਾਬਤ ਭਗਤ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਆਪਾਂ ਅਨੇਕਾਂ ਦਫਾ ਸੁਣਿਆ ਹੈ। ਕਿਸੇ ਦੀ ਬੰਦੇ ਦੀ ਗੱਲ ਤੁਸੀਂ ਇੱਕ ਦੋ ਵਾਰੀ ਸੁਣ ਕੇ ਤੀਜੀ ਵਾਰ ਸੁਣਨ ਨੂੰ ਜੀ ਨਹੀਂ ਕਰਦਾ। ਗਾਉਣ ਵਜਾਉਣ ਹੈ ਜਿਹੜਾ ਦੁਨੀਆ ਦੇ ਵਿੱਚ ਚੱਲ ਰਿਹਾ ਹੈ, ਇੱਕ ਦਫਾ ਤੇ ਉਹਨੇ ਪੂਰਾ ਸੋਸ਼ਲ ਮੀਡੀਆ ਤੇ ਤੂਫਾਨ ਲਿਆ ਦੇਣਾ ਹੈ। ਮਹੀਨੇ ਤੋਂ ਬਾਅਦ ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਇਹਦਾ ਕਾਰਨ ਇਹ ਹੈ ਕਿ ਉਹ ਚੀਜ਼ਾਂ ਹਨ ਮੈਲੀਆਂ, ਤੇ ਮੈਲ ਬਹੁਤਾ ਚਿਰ ਨਹੀਂ ਰਹਿੰਦੀ, ਆਉਂਦੀ ਅਤੇ ਜਾਂਦੀ ਹੈ। ਪਰ ਜੋ ਸਚਾਈ ਹੈ, ਪਾਤਸ਼ਾਹ ਦੇ ਪਾਵਨ ਬਚਨ ਨੇ, ਸੱਚ ਪੁਰਾਣਾ ਨਾ ਥੀਐ ਨਾਮ ਨਾ ਮੈਲਾ ਹੋਏ। ਪਰ ਜੋ ਮਹਾਨ ਸ਼ਹੀਦੀਆਂ ਸ਼ਹਾਦਤਾਂ ਹਨ ਜਾਂ ਗੁਰਬਾਣੀ ਹੈ, ਸਾਡਾ ਜਨਮ ਨਹੀਂ ਸੀ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਉਦੋਂ ਵੀ ਐਦਾਂ ਹੀ ਹੁੰਦਾ ਸੀ। ਸਾਡਾ ਜਨਮ ਹੋ ਗਿਆ, ਪ੍ਰਕਾਸ਼ ਫਿਰ ਵੀ ਐਦਾਂ ਹੀ ਹੋ ਰਿਹਾ ਹੈ। ਜਦੋਂ ਅਸੀਂ ਇਸ ਦੁਨੀਆ ਤੋਂ ਚਲੇ ਜਾਵਾਂਗੇ, ਇਹ ਪ੍ਰਕਾਸ਼ ਫਿਰ ਵੀ ਐਦਾਂ ਹੀ ਰਹਿਣਾ ਹੈ। ਕਿਉਂ? ਕਿਉਂਕਿ ਇਹ ਸੱਚ ਹੈ। ਮੇਰੇ ਸਤਿਗੁਰੂ ਜੀ ਬਾਣੀ ਵਿੱਚ ਜ਼ਿਕਰ ਕਰਦੇ ਨੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਹੈ, ਮਨ ਰੇ ਛਾਡੋ ਭ੍ਰਮ ਪ੍ਰਗਟ ਹੋਏ ਨਾਚੋ। ਮਨ ਦੇ ਪ੍ਰਤੀ, ਕਿਉਂਕਿ ਮਨ ਹੀ ਹੈ ਜਿਹੜਾ ਇਸ ਤਨ ਨੂੰ ਪ੍ਰੇਰਨਾ ਕਰਦਾ ਹੈ ਕਿ ਤੂੰ ਆ ਕਰ ਤੇ ਆ ਨਾ ਕਰ। ਤਨ ਦਾ ਕੋਈ ਕਸੂਰ ਨਹੀਂ। ਤਨ ਨੂੰ, ਸਰੀਰ ਨੂੰ ਜਿੱਧਰ ਮਰਜ਼ੀ ਲੈ ਜਾਓ, ਇਹ ਤੁਰਨ ਨੂੰ ਤਿਆਰ ਹੈ। ਪਰ ਇਹਦਾ ਡਰਾਈਵਰ ਹੈ, ਜਿਵੇਂ ਹਮੇਸ਼ਾ ਅਰਜ਼ ਕੀਤੀ ਕਿ ਗੱਡੀ ਘਰ ਵਿੱਚ ਖਲੋਤੀ ਹੈ, ਪਰ ਜੇ ਮਨ ਰੂਪ ਡਰਾਈਵਰ ਸਰੀਰ ਰੂਪ ਗੱਡੀ ਨੂੰ ਕਹੇਗਾ ਤਾਂ ਸਰੀਰ ਗੱਡੀ ਵੱਲ ਵਧੇਗਾ। ਗੱਡੀ ਕਿਤੇ ਨਹੀਂ ਜਾ ਸਕਦੀ ਸਾਡੇ ਤੋਂ ਬਿਨਾਂ। ਇਸੇ ਤਰ੍ਹਾਂ ਸਰੀਰ ਰੂਪ ਗੱਡੀ, ਮਨ ਇਹਦਾ ਡਰਾਈਵਰ ਹੈ, ਤੇ ਜਦੋਂ ਮਨ ਰੂਪ ਡਰਾਈਵਰ ਇਹਨੂੰ ਪ੍ਰੇਰਨਾ ਕਰਦਾ ਹੈ ਤਾਂ ਫਿਰ ਸਰੀਰ ਰੂਪ ਗੱਡੀ ਜਿੱਧਰ ਪ੍ਰੇਰਨਾ ਕੀਤੀ ਨੇ ਉਧਰ ਜਾਣਾ ਹੈ। ਇਸੇ ਲਈ ਗੁਰਬਾਣੀ ਵਿੱਚ ਜਿਹੜੀਆਂ ਉਦਾਹਰਨਾਂ ਨੇ ਉਹ ਮਨ ਨੂੰ ਸੰਬੋਧਨ ਕਰਕੇ ਦਿੱਤੀਆਂ ਨੇ। ਕਿਉਂਕਿ ਜਿਹੜਾ ਅੱਜ ਬਚਨ ਆਇਆ, ਕਤਕ ਕਰਮ ਕਮਾਵਣੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਰਮਾਂ ਦੇ ਬਾਬਤ ਜ਼ਿਕਰ ਕੀਤਾ ਹੈ। ਕਿੰਨੇ ਪ੍ਰਕਾਰ ਦੇ ਕਰਮ ਨੇ ਆਪਾਂ ਕੋਸ਼ਿਸ਼ ਕਰਾਂਗੇ, ਪਰ ਉਸ ਤੋਂ ਪਹਿਲੋਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਮਨ ਰੇ ਛਾਡੋ ਭ੍ਰਮ ਪ੍ਰਗਟ ਹੋਏ ਨਾਚੋ। ਇਹ ਮਾਇਆ ਕੇ ਡਾਂਡੇ, ਡਾਂਡੇ ਤੋਂ ਭਾਵ ਠਗੀਆਂ, ਕਿ ਮਨਾ ਤੂੰ ਭਰਮ ਛੱਡ ਦੇ। ਜਦੋਂ ਤੂੰ ਭਰਮ ਛੱਡ ਦੇਂਗਾ, ਮਨ ਰੇ ਛਾਡੋ ਭ੍ਰਮ ਪ੍ਰਗਟ ਹੋਏ ਨਾਚੋ, ਆਪਣੇ ਗੁਰੂ ਦੇ ਅੱਗੇ ਸਾਵਧਾਨ ਹੋ ਕੇ, ਲੋਕ ਲਾਜ ਤੋਂ ਰਹਿਤ ਹੋ ਕੇ ਆਪਣੇ ਗੁਰੂ ਦੇ ਗੁਣ ਗਾ। ਮਨ ਰੇ ਛਾਡੋ ਭ੍ਰਮ ਪ੍ਰਗਟ ਹੋਏ ਨਾਚੋ, ਇਹ ਮਾਇਆ ਕੇ ਡਾਂਡੇ। ਮਾਇਆ ਤੋਂ ਭਾਵ ਕੇਵਲ ਆ ਮਾਇਆ ਨਹੀਂ ਜਿਹੜੀ ਆਪਾਂ ਵਰਤ ਰਹੇ ਹਾਂ। ਦੁਨੀਆ ਦੀ ਹਰ ਇੱਕ ਉਹ ਵਸਤੂ ਮਾਇਆ ਹੈ ਜੋ ਤੁਹਾਨੂੰ ਪਰਮਾਤਮਾ ਦੇ ਵੱਲੋਂ, ਵਾਹਿਗੁਰੂ ਦੇ ਵੱਲੋਂ ਤੁਹਾਨੂੰ ਦੂਰ ਕਰਦੀ ਹੈ, ਤੁਹਾਡੇ ਅੰਦਰ ਕੰਧ ਬਣ ਜਾਂਦੀ ਹੈ। ਪੜੋ ਬਾਣੀ, ਪਾਤਸ਼ਾਹ ਜੀ ਕਹਿੰਦੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਪਾਲ ਮੀਨਸ ਕੰਧ। ਗੁਰੂ ਬਾਬਾ ਜੀ ਵੀ ਇਸ਼ਾਰਾ ਕਰਦੇ ਨੇ, ਘਰ ਵਿੱਚ ਦੋ ਭਰਾ ਇਕੱਠੇ ਰਹਿ ਰਹੇ ਨੇ, ਕਿਸੇ ਗੱਲੋਂ ਤਕਰਾਰ ਹੋ ਜੇ, ਵਿਆਹ ਸ਼ਾਦੀ ਤੋਂ ਬਾਅਦ ਪਰਿਵਾਰ ਵਿੱਚ ਬੇਅੰਤ ਇਹੋ ਜਿਹੀਆਂ ਘਟਨਾਵਾਂ ਹੋ ਜਾਂਦੀਆਂ ਨੇ ਤੇ ਬੰਦਾ ਅੱਡ ਹੋ ਜਾਂਦਾ ਹੈ। ਘਰ ਦੇ ਵਿੱਚ ਕੰਧ ਨਿਕਲ ਜੇ ਜਾਂ ਜ਼ਮੀਨ ਜਾਇਦਾਦ ਵੰਡੀ ਜਾਏ ਤਾਂ ਉਹਨੂੰ ਬੰਦਾ ਵੇਖਣਾ ਵੀ ਪਸੰਦ ਨਹੀਂ ਕਰਦਾ। ਹੁਣ ਬਾਹਰਲੀ ਕੰਧ ਦੀ ਉਦਾਹਰਨ ਦੇ ਕੇ ਮੇਰੇ ਸਤਿਗੁਰੂ ਜੀ ਅੰਦਰ ਹਉਮੈ ਦੀ ਕੰਧ ਦਾ ਜ਼ਿਕਰ ਕਰਦੇ ਨੇ। ਕਿਵ ਸਚਿਆਰਾ, ਤੂੰ ਕਿੱਦਾਂ ਸਚਿਆਰ ਹੋਏਗਾ। ਕਿਵ ਕੂੜੈ, ਕੂੜੇ ਤੋਂ ਭਾਵ ਹੈ ਜਿਹੜੀ ਅੰਦਰ ਤੂੰ ਝੂਠ ਦੀ ਹਉਮੈ ਦੀ ਕੰਧ ਬਣਾ ਕੇ ਬੈਠਾ ਹੈ। ਤਾਂ ਸਤਿਗੁਰੂ ਜੀ ਦੱਸ ਵੀ ਰਹੇ ਨੇ ਤੇ ਇਹਨੂੰ ਤੋੜਨ ਦੇ ਬਾਰੇ ਵੀ ਦੱਸਦੇ ਨੇ। ਤੁਸੀਂ ਬਾਣੀ ਪੜ੍ਹਦੇ ਹੋ ਰੋਜ਼। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ
ਚੱਲਣਾ ਨਾਨਕ ਲਿਖਿਆ ਨਾਲ। तो इत्थे भी भगत जी ने जिक्र किया, मन रे छाडो भ्रम प्रगट होए नाचो, या माया के डांडे सूर के सन्मुख, रन ते डर पै सती के सांचै भांडे, ओ सूरमा कादा है। सामने दुश्मन खलोता होवे ते दुश्मन नूं खलो के सामने खलोतियां वेख के वो अपने कदम पिछे कर लवे। भगत कबीर साहब जी कहते वो सूरमा की है। दूजी उदाहरण दी उन्होंने सती दी, सूर के सन्मुख रण ते डर पै, सूरमा कादा रण पै, भाव रण भूमि नूं वेख के डर जे। सती के सांचै भांडे, कोई एक सती पहला समयां विच जिहड़ी सती प्रथा है ना, अज जिहड़ियां मेरियां भैणां आज़ाद घुम रहीआं ने जां अपना मुख घुंड चक के आपां इदां चेहरा एक दूजे दे अगे कीता है, ये देन साडी गुरुआं दी है। नहीं तो इस्लामी धर्म दे विच अफगानिस्तान तालिबान जो भी मुल्क ने उन्हां दे विच अज भी पर्दा मूँह दे उपर रखण दी, जिन्हों घुंड कहने घुंड कड्ढण दी अज भी रीत चल रही है। जे कोई ना मन्ने तो सज़ा दिती जाती है। ये साडे देश दे विच भी ये सोच सी, पर साडे गुरु साहिबाना ने ये जिहड़ी रीत सी ना ये खत्म कर दिती कि जे पुरुष आज़ाद घूम सकता है, इनू आज़ादी है, तो ये आज़ादी ये जिहड़ी आज़ादी है ये साड़ियाँ भैणां ते मातावां नूं भी होनी चाहिए है, मिलनी चाहिए है। फिर किवें मेरे गुरु पातशाह ने बाणी दे राही गुरु अमरदास साहब जी ने उपदेश किया, सिद्धांत बख्शिया कि ये जिहड़ी सती प्रथा जिहड़ी चली सी उहनूं खत्म किया। सतिया ए ना आखियन जो मड़ियां लग जलन, पातशाह ने इशारा कर दिता भी सती वो नहीं भी जे ओदा पति चढ़ाई कर जे ते ओनू चुक के उसे चिखा दे विच सुट दिता जांदा सी कि तू हुण सती हो गई है, पर करन लंबा है। पर भगत जी कहंदे सूर के सन्मुख रण ते डर पै, सती के सांचै भांडे, भाव जे एक इस्त्री है ते जे उन्होंने आखीए भी तू चिखा दे विच मर लई तैयार हो जा, ते ओ आखे पहले मैं घर दा भांडा टींडा सांभ लवां फिर मैं सती होवांगी। भगत जी कहंदे फिर तू सती कादी है। सूर के सन्मुख रन ते डर पै, सती के सांचै भांडे, कहंदे तू सती नहीं, ये विखावा तेरा। जिहड़ी मैं बेनती करनी चाहुंदा कि कौम दे महान शहीद भाई तलविंदर सिंह दा जिहड़ा जन्म है 26 फरवरी 1944 नूं, जदों फगवाड़े तो तुसीं हुशियारपुर नूं जांदे हो ते उथों अगे जाके एक नगर पैंदा है कोट फतूही। कोट फतूही तो अगे जाके फिर एक पिंड आउंदा है पास्टा परमार, जिहड़े उस इलाके दे ने मैं सिर्फ पढ़िया जो उन्हां दे जीवन विचों, जिहड़े उस इलाके दे ने उन्हां नूं ज़्यादा पता होना, हो सकदा है कि मेरी जानकारी विच पूरी जानकारी ना होवे। उस नगर दे विच इन्हां दा 26 फरवरी 1944 नूं जन्म हुंदा है। पिता जमीयत सिंह दे घर ते माता सुरजीत कौर जी दे कुखों। मैं पढ़ रहा सी नैट तो कढ़ के, उत्थे लिखिया सी कि भाई जमीयत सिंह दियां 2 शादियां सन। पहली शादी सुरजीत कौर दे नाल, पर पहली शादी बीबा धन कौर दे नाल, दूजी शादी जिहड़ी सी ना सुरजीत कौर दे नाल, ओदी कुख दे विचों फिर भाई तलविंदर सिंह बब्बर, स्वर्ण सिंह अते कुलवर्ण सिंह, इन्हां 3 पुत्रां दा जन्म होया। ते जो भाई तलविंदर सिंह जी बब्बर सन, पढ़े लिखे भी सन, ऐसी बात नहीं। और उस समय पंजाब दा जिहड़ा माहौल सी वो बड़ा जोरां शोरां ते सी। इंज कह लो पंजाब नूं शांतमई माहौल नूं अग दे विच धक्कण वाले किहड़े लोग सन, ये तुहानूं बहुता पता है। तो उस में भाई तलविंदर सिंह जी जदों मैं पढ़ रहा सा, कहंदे ये कनेडा दे विच सन। कनेडा दियां मौजां, इंज कह लो उत्थों दा रहन सहन माहौल, हर एक तरह की इत्थे सहूलत है। इत्थे कोई तुहानूं कुछ कह नहीं सकता, कोई तुहानूं दुखी नहीं कर सकता। अपने आप जिन्हें होना तो हो ही जावे, पर सरकार वालों सारियां सहूलतां ने। पर वो कनेडा की धरती ते ने। पर 1978 दे विच
ਜਦੋਂ ਉਹਨਾਂ ਨੂੰ ਪਤਾ ਚੱਲਿਆ ਵੀ ਨਿਰੰਕਾਰੀ ਕਾਂਡ ਵਾਪਰ ਗਿਆ ਤੇ ਉਹਨਾਂ ਨੂੰ ਇਹ ਵੀ ਪਤਾ ਚੱਲ ਗਿਆ ਕਿ ਹੁਣ ਹਥਿਆਰ ਬੰਦ ਹੋਏ ਤੋਂ ਬਿਨਾ ਮਸਲਾ ਹੱਲ ਨਹੀਂ ਹੋਣਾ। ਇੱਕ ਬੇਨਤੀ ਕਰਾਂ, 2014 ਤੋਂ ਲੈ ਕੇ ਹੁਣ ਤੱਕ ਮੇਰੇ ਖਿਆਲ 'ਚ 7-8 ਸਾਲ ਹੀ ਬਣਦੇ ਨੇ, ਲਗਾਤਾਰ ਗੁਟਕਾ ਸਾਹਿਬ ਦੇ ਰੂਪ ਦੇ ਵਿੱਚ, ਪੋਥੀਆਂ ਦੇ ਰੂਪ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ 300 ਤੋਂ ਵੀ ਵੱਧ ਲਗਭਗ ਬੇਅਦਬੀਆਂ ਭਾਵ ਕਰਵਾਈਆਂ ਜਾ ਰਹੀਆਂ ਨੇ। ਪਰ ਮੈਂ ਬੇਨਤੀ ਕਰਦਾ ਹਾਂ ਨਾ, ਕਰਵਾਈਆਂ ਨਹੀਂ, ਕੀਤੀਆਂ ਜਾ ਰਹੀਆਂ ਨੇ। ਉਹਦਾ ਮਸਲਾ ਅੱਜ ਤੱਕ ਕੋਈ ਹੱਲ ਨਹੀਂ ਹੋਇਆ। ਜਿਹੜੀ ਘਟਨਾ ਘਟੀ ਹੈ ਉਹਨੂੰ ਕੋਈ ਕਿਸ ਐਂਗਲ ਤੋਂ ਵੇਖਦਾ, ਕੋਈ ਕਿਸ ਤੋਂ, ਪਰ ਜੇ ਕੋਈ ਆਪਣੇ ਨਜ਼ਰੀਏ ਤੋਂ ਵੇਖਦਾ ਹੈ ਉਹ ਆਪਣੇ ਪ੍ਰਤੀ ਸੁਤੰਤਰ ਹੈ, ਪਰ ਅਸੀਂ ਆਪਣਾ ਵੀ ਤੇ ਪੱਖ ਰੱਖਣਾ ਚਾਹੁੰਦੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਇੰਨੀਆਂ ਬੇਅਦਬੀਆਂ ਜਗ੍ਹਾ ਜਗ੍ਹਾ ਕੀਤੀਆਂ ਗਈਆਂ, ਕਰਵਾਈਆਂ ਗਈਆਂ, ਕਿਵੇਂ, ਉਹਦਾ ਕਾਰਨ, ਰੀਜ਼ਨ ਪਹਿਲਾਂ ਵੀ ਮੈਂ ਅਰਜ਼ ਕੀਤੀ ਸੀ। ਜਦੋਂ ਕੋਈ ਸਵਾਲ ਕਰਦਾ ਹੈ ਕਿ ਦੂਜੇ ਧਰਮਾਂ ਦੇ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਦੀ ਬੇਅਦਬੀ ਕਿਉਂ ਨਹੀਂ ਹੁੰਦੀ, ਮੈਂ ਬਿਲਕੁਲ ਨਹੀਂ ਕਹਿੰਦਾ ਵੀ ਹੋਵੇ, ਉਹ ਸਤਿਕਾਰਯੋਗ ਨੇ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਕਿਉਂ? ਤੇ ਮੇਰਾ ਇਹੀ ਸਵਾਲ ਹੈ ਕਿ ਕੋਈ ਮਰੇ ਹੋਏ ਬੰਦੇ ਨੂੰ ਕੋਈ ਮਾਰਦਾ ਵੇਖਿਆ ਵੀ? ਜਿਹੜਾ ਮਰਿਆ ਹੋਵੇ, ਮੁਰਦੇ ਨੂੰ ਕੋਈ ਮਾਰਦਾ ਹੁੰਦਾ ਵੀ ਇਹ ਤੇ ਮਰਿਆ, ਇਹਨੂੰ ਕੀ ਮਾਰਨਾ ਹੈ? ਮਾਰਦੇ ਆਪਾਂ ਕਿਹਨੂੰ ਆ? ਜਿਹੜਾ ਜਿਉਂਦਾ ਹੋਵੇ। ਤੇ ਜਿਉਂਦੇ ਕੌਣ ਨੇ? ਜਾਗਦੀ ਜੋਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਉਂਦੇ ਜਾਗਦੇ ਹਨ, ਸਤਿਗੁਰ ਜਾਗਤਾ ਹੈ ਦਿਓ। ਤੇ ਇਸੇ ਲਈ ਜਿਹੜਾ ਜਾਗਦਾ ਤੇ ਜਿਹਦੀ ਬਾਣੀ ਤੁਹਾਨੂੰ ਜਗਾਉਂਦੀ ਹੈ ਤੇ ਉਸੇ ਨੂੰ ਹੀ ਮਾਰਨ ਦੀ, ਕਹਿ ਲੋ, ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਹਿਲਾਂ ਆਪਾਂ ਕਹਿੰਦੇ ਸਾਂ ਇਹ ਜਿਹੜੇ ਨਿਹੰਗ ਨੇ ਨਾ ਇਹ ਭੰਗ ਪੀਣੇ ਨੇ, ਐਂ ਕਹਿੰਦੇ ਸੀ ਨਾ ਸਾਰੇ ਆਪਾਂ, ਐਵੇਂ ਘੋੜੇ ਭਜਾਈ ਫਿਰਦੇ, ਕਿਤੇ ਆਨੰਦਪੁਰ ਸਾਹਿਬ ਨੂੰ, ਕਦੇ ਦਮਦਮਾ ਸਾਹਿਬ ਨੂੰ, ਇਹ ਭੰਗ ਪੀਣੇ, ਸੁੱਖਾ ਖਾਣੇ, ਐਦਾਂ ਹੀ ਜਲੀਲ ਕਰਦੇ ਸਨ ਆਪਾਂ ਸਾਰੇ ਕਿ ਵੀ ਇੰਨੀਆਂ ਬੇਅਦਬੀਆਂ ਹੋ ਗਈਆਂ। ਤੇ ਜਦੋਂ ਉਹਨਾਂ ਨੇ ਟੰਗਤਾ ਤੇ ਹੁਣ ਕਹਿੰਦੇ ਬੜਾ ਮਾੜਾ ਕੀਤਾ। ਹੁਣ ਆਪਾਂ ਇਸ ਪਾਸੇ ਹੋ ਗਏ, ਅੱਧੇ ਕੇਸ ਪਾਸੇ ਹੋ ਗਏ ਨੇ ਵੀ ਜੀ ਐਦਾਂ ਨਹੀਂ ਸੀ ਕਰਨਾ ਚਾਹੀਦਾ। ਤੇ ਇਹ ਸੱਚ ਹੈ ਕਿ ਐਦੋਂ ਬਾਅਦ ਬੇਅਦਬੀਆਂ ਹੋਣੀਆਂ ਵੀ ਨਹੀਂ। ਇਹ ਹੋਣਾ ਹੀ ਸੀ, ਇਹ ਉਹਨਾਂ ਨੇ ਨਹੀਂ ਕੀਤਾ, ਨਿਹੰਗ ਸਿੰਘਾਂ ਨੇ ਨਹੀਂ ਕੀਤਾ। ਹੁਣ ਇੰਜ ਕਹਿ ਲਓ ਵੀ ਜਰਨਲ ਵੈਦਿਆਂ ਨੂੰ ਜੇ ਇਤਿਹਾਸ ਦਾ ਪੱਖ ਦੇਖਦੇ ਆ ਤੇ ਆਪਾਂ ਕਹਿੰਦੇ ਵੀ ਸਰਦਾਰ ਹਰਜਿੰਦਰ ਸਿੰਘ ਜੀ ਜਿੰਦਾ, ਸਰਦਾਰ ਸੁਖਦੇਵ ਸਿੰਘ ਜੀ ਸੁੱਖਾ, ਇਤਿਹਾਸਕ ਪੱਖ ਇਹ ਕਹਿੰਦਾ ਵੀ ਉਹਨਾਂ ਨੇ ਕੀਤਾ। ਤੇ ਜੇ ਅਧਿਆਤਮਿਕ ਪੱਖ ਦੇਖੀਏ ਤਾਂ ਗੁਰੂ ਨੇ ਉਹਨਾਂ ਤੋਂ ਸੇਵਾ ਲਈ, ਨਹੀਂ ਤਾਂ ਹੋਰ ਬੜੇ ਸਨ, ਕਿੰਨੇ ਨੇ, ਬਹੁਤ ਨੇ। ਇਤਿਹਾਸਕ ਪੱਖ ਇਹ ਕਹਿੰਦਾ ਵੀ ਉਹਨਾਂ ਨੇ ਕੀਤਾ, ਅਧਿਆਤਮਿਕ ਤੇ ਅਰਦਾਸ ਕਹਿੰਦੀ ਹੈ ਗੁਰੂ ਨੇ ਉਹਨਾਂ ਤੋਂ ਸੇਵਾ ਲਈ, ਕਿਉਂਕਿ ਜ਼ੁਲਮ ਦੀ ਇੰਤਹਾਈ ਹੋ ਚੁੱਕੀ ਸੀ। ਜ਼ੁਲਮ ਦੀ ਕੋਈ ਥੋੜਾ ਜ਼ੁਲਮ ਥੋੜੀ ਸੀ, ਬਹੁਤ ਜ਼ਿਆਦਾ ਸੀ। ਤੁਹਾਡੇ ਘਰ ਦੇ ਆਲੇ ਦੁਆਲੇ ਕੋਈ ਕੂੜਾ ਕਰਕਟ ਖਿਲਾਰੇ, ਚਲੋ ਇਹ ਤਾਂ ਬੜੀ ਦੂਰ ਦੀ ਗੱਲ, ਇੱਥੇ ਕੋਈ ਨਹੀਂ ਖਿਲਾਰਦਾ। ਤੁਹਾਡੇ ਘਰ ਦੇ ਮੂਹਰੇ ਗਰਾਜ ਦੇ ਕੋਈ ਗੱਡੀ ਲਾ ਦੇ ਤੇ ਆਪਾਂ ਨਾਲ ਦੀ ਨਾਲ ਫੋਨ ਨਹੀਂ ਕਰ ਦਿੰਦੇ? ਆਪਾਂ ਇੰਨੀ ਕੁ ਗੱਲ ਨਹੀਂ ਬਰਦਾਸ਼ਤ ਕਰ ਸਕਦੇ। ਪਰ ਤੁਸੀਂ ਉਹ ਸਮਾਂ ਕਿੱਦਾਂ ਦਾ ਹੋਵੇਗਾ ਜਦੋਂ ਮਹਿਸੂਸ ਕਰਦੇ ਆ ਕਿ ਉਹ ਜਿਹੜਾ ਫੌਜਾਂ ਦਾ ਕਮਾਂਡਰ ਜਰਨਲ ਸੀ, ਇਹ ਸਾਈਨ ਕਰ ਦੇਣੇ ਕਿ ਜੋ ਮਰਜ਼ੀ ਹੋਵੇ ਉੱਥੇ, ਜਿਹੜਾ ਮਰਜ਼ੀ ਬਾਲ ਬੱਚਾ ਬਜ਼ੁਰਗ ਜੋ ਮਰਜ਼ੀ, ਤੁਸੀਂ ਕੁਝ ਨਹੀਂ ਵੇਖਣਾ, ਮੌਕਾ ਬੜਾ ਵਧੀਆ, ਤੁਸੀਂ ਤੈਸ਼ ਨੈਸ਼ ਕਰ ਦਿਓ। ਤੇ ਫਿਰ ਜ਼ੁਲਮ ਦੀ ਇੰਤਹਾ ਨਹੀਂ ਤੇ ਕੀ ਹੈ? ਜੇ ਜੂਨ ਦਾ ਮਹੀਨਾ ਸੀ, ਜੇ ਮਾਸੂਮ ਬੱਚਾ ਰੋ ਰਿਹਾ, ਜੇ ਉਹ ਪਾਣੀ ਮੰਗਦਾ ਸੀ ਤੇ ਉਹਨੇ ਇਹ ਆਖਿਆ ਸੀ ਪਾਣੀ ਦੀ ਜਗ੍ਹਾ ਮੂੰਹ ਵਿੱਚ ਗੋਲੀ ਮਾਰਨੀ ਹੈ, ਪਾਣੀ ਨਹੀਂ ਦੇਣਾ। ਤੇ ਹੋਇਆ ਵੀ ਇਦਾਂ ਹੀ। ਬੱਚੇ ਨੂੰ ਚਪੇੜ ਮਾਰਨ ਲੱਗਿਆਂ ਆਪਣਾ ਮਨ ਕੰਬਦਾ ਵੀ ਚਪੇੜ ਮਾਰੀਏ ਨਿਆਣੇ ਨੂੰ,
ਉਹਨਾਂ ਨੇ ਨਿਆਣਿਆਂ ਨੂੰ ਲੱਤਾਂ ਤੋਂ ਫੜ ਕੇ ਪਟਕਾ ਪਟਕਾ ਕੇ ਕੰਧਾਂ ਨਾਲ ਮਾਰਿਆ ਕਿ ਇਹ ਜ਼ੁਲਮ ਦੀ ਇੰਤਹਾ ਨਹੀਂ। ਤੇ ਫਿਰ ਮੇਰੇ ਗੁਰੂ ਨੇ ਆਪ ਹੀ ਕੋਈ ਕਲਾ ਵਰਤਾਈ, ਸੇਵਾ ਲਈ ਉਹਨਾਂ ਯੋਧਿਆਂ ਤੋਂ। ਤੇ ਮੈਂ ਇਹ ਵੀ ਕਹਿ ਸਕਦਾ, ਚਲੋ ਹੁਣ ਜਿਨ੍ਹਾਂ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ, ਉਹ ਚੱਲਦੀਆਂ, ਉਹ ਵੀ ਹੁਣ ਜੋ ਕੁਝ ਕਹਿੰਦੇ ਨੇ, ਬਿਆਨ ਦਿੰਦੇ ਨੇ, ਉਹ ਉਹਨਾਂ ਦੀ ਆਪੋ ਆਪਣੀ ਸੋਚ ਹੋਵੇਗੀ। ਪਰ ਅਸੀਂ ਜੇ ਉਹ ਆਪਣਾ ਪੱਖ ਰੱਖ ਸਕਦੇ ਹੈ ਤੇ ਵੀ ਸਾਨੂੰ ਵੀ ਇਹ ਹੱਕ ਹੈ ਵੀ ਅਸੀਂ ਗੁਰਮਤਿ ਦੇ ਦਾਇਰੇ ਵਿੱਚ ਰਹਿੰਦੇ ਪੱਖ ਰੱਖੀਏ। ਭਾਵੇਂ ਕਈਆਂ ਨੇ ਆਖਿਆ ਨਹੀਂ ਜੀ ਉਹ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਸੀ, ਉਹ ਇੱਕ ਸਰਬਲੋਕ ਗ੍ਰੰਥ ਦੀ ਪੋਥੀ ਸੀ, ਇੱਕ ਇਤਿਹਾਸਕ ਇੱਕ ਗ੍ਰੰਥ ਸੀ। ਪਰ ਜਿਹੜਾ ਉਹ ਕੁਝ ਕਰਨ ਆਇਆ ਸੀ ਉਹਦੀ ਮਨਸਾ ਤੇ ਇਹੀ ਸੀ ਨਾ, ਮਨਸਾ ਤਾਂ ਉਹਦੀ ਇਹੀ ਸੀ। ਮੰਨ ਲਓ ਜੇ ਉਹਦੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੈਂਚੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਹੁੰਦੇ ਤਾਂ ਫਿਰ ਉਹਨੇ ਕੰਮ ਤੇ ਉਹਨੇ ਉਹੀ ਕਰਨਾ ਸੀ ਨਾ ਜੋ ਉਹਨੇ ਕੀਤਾ। ਹੁਣ ਆਪਾਂ ਉਹਨੂੰ ਵੇਖ ਕੇ ਤਾਂ ਤਰਸ ਕਰਦੇ ਹਾਂ ਵੀ ਐਦਾਂ ਨਹੀਂ ਸੀ ਹੋਣਾ ਚਾਹੀਦਾ। ਪਰ ਕਦੀ ਤੁਸੀਂ ਉਹ ਫੋਟੋਆਂ ਦੇਖਦੇ ਹੋ, ਉਦੋਂ ਭਾਈ ਸੁਬੇਗ ਸਿੰਘ ਜੀ, ਭਾਈ ਸ਼ਾਹਬਾਗ ਸਿੰਘ ਜੀ, ਜਿਨ੍ਹਾਂ ਦਾ ਕੋਈ ਵੀ ਕਸੂਰ ਨਹੀਂ ਸੀ, ਜਦੋਂ ਉਹਨਾਂ ਨੂੰ ਚਰਖੜੀਆਂ ਦੇ ਉੱਪਰ ਚਾੜਿਆ ਗਿਆ, ਤਸਵੀਰਾਂ ਵੇਖਦੇ ਆ, ਬੰਦ-ਬੰਦ ਕੱਟਿਆ ਗਿਆ, ਕਦੀ ਉਸ ਇਤਿਹਾਸ ਨੂੰ ਵੇਖ ਕੇ ਸੁਣ ਕੇ ਸਾਡੇ ਮਨ ਵਿੱਚ ਕਦੀ ਚੀਸ ਨਹੀਂ ਪੈਂਦੀ। ਜਦੋਂ ਅਰਦਾਸ ਹੁੰਦੀ ਹੈ ਤੇ ਉਹ ਅਰਦਾਸ ਦੇ ਸਮੇਂ ਕਦੀ ਆਪਾਂ ਅਰਦਾਸ, ਇੱਥੇ ਮੈਂ ਇੱਕ ਬੇਨਤੀ ਕਰਾਂ, ਕਈ ਜਗ੍ਹਾਵਾਂ ਤੇ ਸੰਗਤ ਐਸੀ ਜਾਗੀ ਹੈ ਵੀ ਜਦੋਂ ਅਰਦਾਸ ਹੁੰਦੀ ਹੈ ਨਾ ਤਾਂ ਉਹ ਭੱਜ ਕੇ ਅਰਦਾਸ ਦੇ ਵਿੱਚ ਫਟਾਫਟ ਕਹਿੰਦੇ ਅਰਦਾਸ ਹੋ ਰਹੀ ਵੀ ਅਰਦਾਸ ਵਿੱਚ ਸ਼ਾਮਲ ਹੋ ਜਾਈਏ। ਕਿਉਂਕਿ ਅਰਦਾਸ ਦੇ ਵਿੱਚੋਂ ਵੇਖੋ ਕਿਸੇ ਨੂੰ ਜ਼ਰੂਰੀ ਕੰਮ ਹੈ, ਮੈਂ ਇਹ ਨਹੀਂ ਕਹਿੰਦਾ ਤੁਸੀਂ ਸਮੇਂ ਵਿੱਚੋਂ ਸਮਾਂ ਕੱਢ ਕੇ ਆਇਓ, ਕਿਸੇ ਦੇ ਨਿਆਣੇ ਘਰ ਨੇ, ਕਿਸੇ ਦਾ ਬਜ਼ੁਰਗ, ਜਿਹਨੇ ਜਾਣਾ ਉਹ ਜਾ ਵੀ ਸਕਦਾ ਹੈ। ਪਰ ਮੈਂ ਕੇਵਲ ਬੇਨਤੀ ਕਰ ਰਿਹਾ ਵੀ ਜਦੋਂ ਅਰਦਾਸ ਹੁੰਦੀ ਹੈ ਤੇ ਅਰਦਾਸ ਦੇ ਵਿੱਚੋਂ ਹੀ ਸਾਰੀ ਸਾਨੂੰ ਬਖਸ਼ਿਸ਼ ਉਹ ਮੋਹਰ ਲੱਗਦੀ ਹੈ, ਸਾਰੇ ਸਮਾਗਮ ਦੀ ਕਹਿ ਲਓ। ਖੈਰ ਜਿਹੜੀ ਮੈਂ ਅਰਜ਼ ਕਰਨ ਲੱਗਾ ਸਾਂ ਕਿ ਜ਼ੁਲਮ ਦੀ ਇੰਤਹਾ ਹੋ ਗਈ 1978 ਦੇ ਵਿੱਚ, ਜੋ ਸਭ ਕੁਝ ਵਾਪਰਿਆ ਇੱਥੋਂ ਤੱਕ ਕਿ ਜਿਹੜਾ ਨਿਰੰਕਾਰੀ ਗੁਰਬਚਨਾ ਸੀ। ਹੁਣ ਪ੍ਰਸੰਗ ਕਾਫੀ ਨੇ ਤੇ ਮੈਂ ਸੋਚਦਾ ਉਸ ਮਹਾਨ ਯੋਧੇ ਦਾ ਤੁਸੀਂ ਸ਼ਹੀਦੀ ਦਿਹਾੜਾ ਮਨਾ ਰਹੇ ਹੋ ਤੇ ਥੋੜੀ ਥੋੜੀ ਬੇਨਤੀ ਕਰਦਾ ਜਾਵਾਂ। ਤੇ ਜਦੋਂ ਨਿਰੰਕਾਰੀਏ ਗੁਰਬਚਨੇ ਨੂੰ ਤੁਹਾਨੂੰ ਪਤਾ ਵੀ ਕਿੰਨਾ ਨੇ ਰਿਹਾ ਕਰਾਇਆ, ਕਿੱਦਾਂ ਹੋਇਆ, ਉਹ ਸਭ ਪਤਾ ਹੈ। ਤੇ ਕਰਨਾਲ ਦੀ ਅਦਾਲਤ ਨੇ ਗੁਰਬਚਨੇ ਨੂੰ ਕਰ ਦਿੱਤਾ ਬਰੀ, ਪਰ ਕੌਮ ਦੀ ਅਦਾਲਤ ਵਿੱਚੋਂ ਬਰੀ ਨਹੀਂ ਸੀ ਹੋਇਆ, ਅਜੇ ਉਹਨੂੰ ਸਜ਼ਾ ਮਿਲਣੀ ਸੀ। ਸਰਦਾਰ ਕਾਬਲ ਸਿੰਘ ਜੀ, ਭਾਈ ਸਾਹਿਬ ਭਾਈ ਕਾਬਲ ਸਿੰਘ ਤੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ, ਇਹਨਾਂ ਦੋਵਾਂ ਦੀ ਇਹਨਾਂ ਤੋਂ ਗੁਰੂ ਨੇ ਫਿਰ ਸੇਵਾ ਲਈ। ਪਰ ਜਦੋਂ ਉਹ ਆਜ਼ਾਦ ਹੋ ਗਿਆ ਨਾ ਤੇ ਉਹਦੇ ਵਿੱਚੋਂ ਉਹਦੇ ਨਾਲ ਦੇ 64 ਸਾਥੀ ਜਿਹੜੇ ਉਸ ਜ਼ੁਲਮ ਦੀ ਇੰਤਹਾ ਦੇ ਵਿੱਚ ਇੰਜ ਕਹਿ ਲਓ ਸ਼ਾਮਲ ਸਨ। ਤੇ ਅਦਾਲਤ ਨੇ ਗੁਰਬਚਨੇ ਨੂੰ ਵੀ ਰਿਹਾ ਕਰ ਦਿੱਤਾ ਤੇ ਨਾਲ 64 ਦੇ 64 ਸਾਥੀਆਂ ਨੂੰ ਵੀ। ਤਾਂ ਫਿਰ ਜਦੋਂ ਅਦਾਲਤ ਵਿੱਚੋਂ ਰਿਹਾ ਹੋਏ ਤੇ ਬਾਹਰ ਨਿਕਲ ਕੇ ਪਤਾ ਉਹ ਕੀ ਡਿੰਗਾ ਮਾਰਦੇ ਸੀ। ਉਹ ਕਹਿੰਦੇ ਵੇਖਿਆ ਉਹ ਸਿੱਖੋ ਤੁਹਾਡੇ ਗੁਰੂ ਹਰਗੋਬਿੰਦ ਸਾਹਿਬ ਨੇ ਤਾਂ ਗਵਾਲੀਅਰ ਦੇ ਕਿਲੇ ਵਿੱਚੋਂ ਸਿਰਫ 52 ਰਾਜੇ ਹੀ ਰਿਹਾ ਕਰਵਾਏ ਸਨ। ਆਹ ਵੇਖੋ ਸਾਡਾ ਗੁਰੂ ਆਪ ਵੀ ਰਿਹਾ ਹੋਇਆ ਤੇ ਨਾਲ 64 ਜਾਣਿਆਂ ਨੂੰ ਵੀ ਰਿਹਾ ਕਰਵਾਇਆ। ਇਹ ਸਿੱਖ ਕੌਮ ਦੀ ਦੁਖਦੀ ਹੋਈ ਰਗ ਦੇ ਉੱਪਰ ਇੱਕ ਅੰਗੂਠਾ ਰੱਖਣ ਵਾਲੀ ਗੱਲ ਸੀ, ਜ਼ਖਮਾਂ ਦੇ ਉੱਪਰ ਲੂਣ ਭੁੱਕਣ ਵਾਲੀ ਗੱਲ ਸੀ। ਤੇ ਸਿੱਧੀ ਹਾਨੀ, ਸਿੱਧਾ ਪਰਸਨਲੀ ਅਟੈਕ 6ਵੇਂ ਪਾਤਸ਼ਾਹ ਦੇ ਵੱਲ ਜਾਂਦਾ ਸੀ। ਤੇ ਫਿਰ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਸੀ ਉਹਨਾਂ ਨੂੰ ਚੈਨ ਹੀ ਨਹੀਂ ਆਈ। ਕਹਿੰਦੇ ਕੋਈ ਨਾ, ਜੇ ਅਸ਼ੋਕ ਕੁਮਾਰ ਗੁਪਤਾ ਜੱਜ ਸੀ ਉਦੋਂ ਉੱਥੇ, ਪੜ੍ਹਿਆ ਕਰੋ ਇਤਿਹਾਸ ਥੋੜਾ ਥੋੜਾ, ਫਿਰ ਇੰਜ ਕਹਿ ਲਓ ਅੰਦਰ ਜਿਹੜੀ ਜਾਗਰਤੀ ਆਉਂਦੀ ਰਹਿੰਦੀ ਹੈ। ਉਹ ਕਹਿਣ ਲੱਗੇ ਕੋਈ ਗੱਲ ਨਹੀਂ, ਮਨ ਹੀ ਮਨ ਵਿੱਚ ਅਰਦਾਸ ਕਰਦੇ ਫਿਰ ਕੀ ਹੋਇਆ, ਜੇ ਦੁਨਿਆਵੀ ਕਾਨੂੰਨ ਅਦਾਲਤ ਨੇ ਰਿਹਾ ਕਰ ਦਿੱਤਾ, ਮੇਰੀ ਗੁਰੂ ਦੀ ਅਦਾਲਤ ਵਿੱਚੋਂ ਅਜੇ ਇਹਦੀ ਸਜ਼ਾ ਬਾਕੀ ਪਈ ਹੈ। ਬਸ ਜਦੋਂ ਉਹ ਨਿਰੰਕਾਰੀ ਗੁਰਬਚਨੇ ਨੂੰ ਸੋਧਾ ਲਾ ਦਿੱਤਾ, ਉਹ ਬਹੁਤ ਕੁਝ ਬੋਲਦਾ ਸੀ, ਜੇ ਦਸੀਏ ਤੇ ਉਹਨੂੰ ਟਾਈਮ ਨਹੀਂ, ਬੜਾ ਕੁਝ।
ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਉਹ ਇੱਕ ਕਿਤਾਬ ਤੱਕ ਕਹਿੰਦਾ ਸੀ। ਲਿਖਣ ਵਾਲਿਆਂ ਨੇ ਸੁਖਪ੍ਰੀਤ ਸਿੰਘ ਜੀ ਉਦੋਕੇ ਨੇ ਇੱਥੋਂ ਤੱਕ ਲਿਖਿਆ, ਗੁਰੂ ਡੰਮ ਬੁੱਕ ਕਦੀ ਪੜ੍ਹੋ, ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਪਰ ਦੇਣ ਵਾਲੇ ਰੁਮਾਲਿਆਂ ਨੂੰ ਪੈਰਾਂ ਨਾਲ ਵੀ ਲਾਉਂਦਾ ਸੀ, ਇੰਨਾ ਜ਼ੁਲਮ ਕਰਦਾ ਸੀ। ਖੈਰ, ਜਿਹੜੀ ਮੈਂ ਬੇਨਤੀ ਕਰ ਲੱਗਾ ਵੀ ਉਹ ਸਿੱਖ ਕੌਮ ਦੀਆਂ ਹਰ ਇੱਕ ਭਾਵਨਾਵਾਂ, ਭਾਵੇਂ ਉਹ ਧਾਰਮਿਕ ਸਨ, ਭਾਵੇਂ ਇਤਿਹਾਸਕ ਸਨ, ਭਾਵੇਂ ਉਹ ਦਿਲੀ ਭਾਵਨਾ ਸਨ, ਉਹਨੂੰ ਝੰਜੋੜਨ ਤੇ ਲੱਗਾ ਸੀ। ਤੇ ਭਾਈ ਸਾਹਿਬ ਭਾਈ ਤਲਵਿੰਦਰ ਸਿੰਘ ਜੀ ਉਦੋਂ ਕੈਨੇਡਾ ਦੀ ਧਰਤੀ ਤੇ ਸਨ। ਜਦੋਂ ਦੇਖਿਆ ਵੀ ਇੰਨਾ ਕੁਝ, ਹੁਣ ਮੇਰੇ ਵਰਗੇ ਤਾਂ ਗੱਲਾਂ ਵਾਲੇ ਹੈਨ ਕਨੇਰੇ, ਛੱਡ ਨਾ ਸਕੈ ਕੋਈ, ਅਸੀਂ ਤੇ ਗੱਲਾਂ ਬਾਤਾਂ ਹੀ ਕਰ ਸਕਦੇ ਹਾਂ, ਕਰ ਵੀ ਕੀ ਸਕਦੇ ਹਾਂ ਇਉਂ ਕਹਿ ਲਓ, ਪਰ ਸੇਵਾ ਗੁਰੂ ਨੇ ਜੀ ਤੋਂ ਲੈਣੀ ਹੈ ਨਾ, ਲੈਣੀ ਉਸੇ ਤੋਂ ਹੀ। ਹੁਣ ਭਾਈ ਸਾਹਿਬ ਭਾਈ ਤਲਵਿੰਦਰ ਸਿੰਘ ਕੈਨੇਡਾ ਦੀ ਧਰਤੀ ਤੇ ਨੇ, ਕਿਹੜਾ ਬੰਦਾ ਜਿਹੜਾ ਇਹੋ ਜਿਹੇ ਮੁਲਕ ਦਾ ਐਸ਼ੋ ਆਰਾਮ ਕੋਈ ਛੱਡ ਕੇ ਜਾਏਗਾ? ਉਹਨੇ ਆਖਿਆ, ਮਨਾ ਕੀ ਜਿਉਣਾ ਹੈ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਕਹਿੰਦੇ ਇਹ ਐਸ਼ ਦੀ ਜ਼ਿੰਦਗੀ ਕੀ ਕਰਨੀ ਹੈ, ਜੇ ਇੰਨਾ ਜ਼ੁਲਮ ਤੇ ਅਤਿਆਚਾਰ ਹੋ ਰਿਹਾ ਹੈ। ਫਿਰ ਉਹ ਯੋਧਾ ਪੰਜਾਬ ਦੀ ਧਰਤੀ ਤੇ ਕੈਨੇਡਾ ਛੱਡ ਕੇ ਪੰਜਾਬ ਦੀ ਧਰਤੀ ਤੇ ਜਾ ਪਹੁੰਚਿਆ। ਤੇ ਗਦਰੀ ਬਾਬਿਆਂ ਨੇ ਵੀ, ਜਿਨ੍ਹਾਂ ਦੇ ਸਥਾਨ ਤੇ ਬੈਠੇ ਆ, ਆਜ਼ਾਦੀ ਦਾ ਨਿੱਘ, ਪਿਆਰ ਦਾ, ਮੁਹੱਬਤ ਦਾ ਇਤਿਹਾਸ ਨੂੰ ਸੁਣ ਰਹੇ ਆ। ਬਸ ਇੰਜ ਕਹਿ ਲਓ, ਗਦਰੀ ਬਾਬੇ ਵੀ, ਹੋ ਸਕਦਾ ਹੈ ਕਿ ਗਦਰੀ ਬਾਬਿਆਂ ਦੀ ਚਲਾਈ ਰੀਤ ਉਹ ਜਿਹੜੀ ਚੱਲ ਰਹੀ ਸੀ, ਉਹਦੇ ਮੁਤਾਬਕ ਹੀ ਇਹ ਭਾਈ ਸਾਹਿਬ ਭਾਈ ਤਲਵਿੰਦਰ ਸਿੰਘ ਜੀ, ਜਿਵੇਂ ਗਦਰੀ ਬਾਬੇ ਅਮਰੀਕਾ ਛੱਡ, ਕੈਨੇਡਾ ਛੱਡ, ਹਿੰਦੁਸਤਾਨ ਦੀ ਧਰਤੀ ਤੇ ਗਏ, ਤੇ ਭਾਈ ਤਲਵਿੰਦਰ ਸਿੰਘ ਵੀ ਉੱਥੇ ਪਹੁੰਚਿਆ, ਸੰਘਰਸ਼ ਕੀਤਾ, ਬੜਾ ਕੁਝ, ਜੋ ਵੀ ਮਾਇਆ ਇਕੱਠੀ ਕੀਤੀ ਸੀ ਨਾ ਕੈਨੇਡਾ ਦੀ ਧਰਤੀ ਤੋਂ, ਬਸ ਉਹ ਦਸਵੰਧ ਰੂਪ ਦੇ ਵਿੱਚ ਉਹਦੇ ਨਾਲ ਹੀ ਪ੍ਰਚਾਰ ਵੀ ਕੀਤਾ। ਸਿੱਖੀ ਬਾਣੀ ਵਿੱਚ ਦਮਾਲਾ ਸਜਿਆ ਅੰਮ੍ਰਿਤਧਾਰੀ, ਪੂਰਨ ਗੁਰਸਿੱਖੀ ਦੇ ਰੂਪ ਦੇ ਵਿੱਚ ਪ੍ਰਚਾਰ ਵੀ ਕੀਤਾ, ਅੰਮ੍ਰਿਤ ਸੰਚਾਰ ਤੇ ਪ੍ਰਸਾਰ ਵੀ ਕੀਤਾ। ਜਿਹੜੇ ਲੋੜਵੰਦ ਸਿੰਘ ਸਨ ਉਹਨਾਂ ਦੀ ਮਦਦ ਵੀ ਕੀਤੀ। ਤੇ ਸਾਨੂੰ ਵੀ ਮਦਦ ਨਹੀਂ ਕਰਨੀ ਚਾਹੀਦੀ? ਜਿਹੜੇ ਉਹ ਸਿੰਘਾਂ ਨੇ ਹੁਣ ਸੋਧਾ ਲਾਇਆ, ਹੁਣ ਵੱਖੋ ਵੱਖ ਨੇ ਆਪਣੇ ਬਿਆਨ ਦੇ ਰਹੇ ਨੇ ਬੈਠੇ, ਪਰ ਮੇਰਾ ਮਨ ਇਹ ਕਹਿੰਦਾ ਵੀ ਉਹਦੇ ਵਿੱਚ ਕੋਈ ਗਲਤ ਨਹੀਂ, ਉਹ ਸਹੀ ਕੀਤਾ ਹੈ, ਬਿਲਕੁਲ ਬਿਲਕੁਲ ਸਹੀ ਹੋਇਆ, ਕੋਈ ਗਲਤ ਨਹੀਂ ਹੋਇਆ। ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ, ਭਾਵੇਂ ਇਤਿਹਾਸਕ ਗ੍ਰੰਥ ਹੀ ਮੰਨ ਲਓ, ਕਈ ਕਹਿੰਦੇ ਨੇ ਵੀ ਇਤਿਹਾਸਕ ਗ੍ਰੰਥ ਸੀ, ਹੈ ਤੇ ਉਹ ਇਤਿਹਾਸਕ ਗ੍ਰੰਥ ਹੀ ਸੀ ਨਾ, ਸਾਡੇ ਗੁਰੂਆਂ ਦਾ ਇਤਿਹਾਸ ਹੀ ਲਿਖਿਆ ਹੋਵੇਗਾ ਉਹਦੇ ਵਿੱਚ, ਪਰ ਉਹ ਆਇਆ ਤਾਂ ਇਸੇ ਮਨਸਾ ਨਾਲ ਸੀ ਨਾ ਕਿ ਮੈਂ ਇਹ ਅੰਗ ਜਗ੍ਹਾ ਜਗ੍ਹਾ ਖਿਲਾਰਦੇ ਹਾਂ। ਹੁਣ ਕਈ ਕਹਿੰਦੇ ਕਾਨੂੰਨ ਹੱਥਾਂ ਵਿੱਚ ਕਿਉਂ ਲਿਆ? 2014 ਤੋਂ ਲੈ ਕੇ 21 ਤੱਕ ਕਾਨੂੰਨ ਤੁਹਾਡੇ ਹੱਥਾਂ ਵਿੱਚ ਹੀ ਸੀ, ਤੇ ਅਸੀਂ ਫਿਰ ਕੀ ਕਰ ਲਿਆ? ਤੇ ਜਦੋਂ ਫਿਰ ਸਿੰਘਾਂ ਨੇ ਪੰਥਕ ਰਵਾਇਤਾਂ ਦੇ ਮੁਤਾਬਕ ਸਜ਼ਾ ਦਿੱਤੀ, ਤੇ ਫਿਰ ਆਪਾਂ ਦੂਜੇ ਪਾਸੇ ਹੋ ਜਾਂਦੇ ਹਾਂ ਵੀ ਨਹੀਂ ਜੀ ਇਹ ਨਹੀਂ ਸੀ ਹੋਣਾ ਚਾਹੀਦਾ। ਬਈ ਕਿਉਂ ਨਹੀਂ ਸੀ ਹੋਣਾ ਚਾਹੀਦਾ? ਕੋਈ ਮਾੜੀ ਮੋਟੀ ਗੱਲ ਹੈ? ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਨੂੰ ਇਸ ਢੰਗ ਦੇ ਨਾਲ ਮੰਨ ਲਓ, ਕਈ ਜਿਹੜੇ ਆਪੋ ਆਪਣੇ ਬਿਆਨ ਜਿਹੜੇ ਜਗ੍ਹਾ ਜਗ੍ਹਾ ਹੋਰ ਹੋਏ ਨੇ, ਉਹ ਵੀ ਤੇ ਕਿੰਨਾ ਜ਼ੁਲਮ ਹੋਇਆ ਹੈ। ਪਰ ਇਹ ਇਉਂ ਕਹਿ ਲਓ ਵੀ ਜੋ ਗੁਰੂ ਨੇ ਉਹਨਾਂ ਤੋਂ ਕਾਰਜ ਕਰਵਾ ਲਿਆ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਹੋ ਗਿਆ। ਮੇਰਾ ਮਨ ਕਹਿੰਦਾ, ਮੈਂ ਪਹਿਲਾਂ ਵੀ ਕਹਿ ਚੁੱਕਿਆ, ਪਾਤਸ਼ਾਹ ਜੀ ਬਾਣੀ ਵਿੱਚ ਜ਼ਿਕਰ ਕਰਦੇ ਨੇ, ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਦੰਡ ਦਿਓਏ। ਸਾਡੀ ਗੱਡੀ ਦੇ ਕੋਈ ਝਰੀਟ ਮਾਰ ਦੇ, ਜਾਂ ਆਪਾਂ ਜਾਂ ਜੇ ਤਾਂ ਇੰਡੀਆ ਹੋਈਏ ਫਿਰ ਤਾਂ ਆਪਾਂ ਢਾਹ ਲਾਂਗੇ ਉਹਨੂੰ। ਇੰਡੀਆ 'ਚ ਇਦਾਂ ਹੀ ਹੁੰਦਾ ਨਾ, ਜੇ ਥੋੜੀ ਬਹੁਤੀ ਗੱਡੀ ਲੱਗ ਜੇ ਨਾ, ਜਿਹਦੇ ਸੱਟ ਵਜੇ ਉਹਨੂੰ ਨਹੀਂ ਵੇਖਦੇ, ਭੱਜ ਕੇ ਮੂਹਰ ਦੀ ਜਾ ਕੇ ਗੱਡੀ ਵੇਖਦੇ ਆ ਵੀ ਵਿੰਗੀ ਤਾਂ ਨਹੀਂ ਹੋ ਗਈ। ਪਰ ਇੱਥੇ ਆਪਾਂ ਇੰਸ਼ੋਰੈਂਸ ਨੂੰ ਕਾਲ ਕਰਦੇ ਆ ਵੀ ਐਦਾਂ ਹੋਇਆ। ਇੰਨਾ ਦੁੱਖ ਹੁੰਦਾ ਕਿਉਂ? ਕਿਉਂਕਿ ਉਹ ਆਪਣੀ ਚੀਜ਼ ਹੈ। ਪਰ ਜਦੋਂ ਗੁਰੂ ਸਾਹਿਬ ਦੀ ਕੋਈ ਨਿਰਾਦਰੀ ਕਰਦਾ, ਉਦੋਂ ਦੁੱਖ ਨਾ ਹੋਣ ਦਾ ਕਾਰਨ ਮੈਂ ਇਹ ਸਮਝਦਾ ਵੀ ਅਜੇ ਦਿਲੋਂ ਅਸੀਂ ਆਪਣਾ, ਸਾਰਿਆਂ ਦੀ ਨਹੀਂ ਮੈਂ ਗੱਲ ਕਰਦਾ, ਤੁਸੀਂ ਭਾਵਨਾ ਨਾਲ ਬੈਠੇ ਹੋ
ਵੀ ਜਿਹੜੇ ਇਸ ਗੱਲ ਦਾ ਬੁਰਾ ਮਨਾਉਂਦੇ ਨੇ, ਹੋ ਸਕਦਾ ਵੀ ਅਜੇ ਦਿਲੋਂ ਅਸੀਂ ਆਪਣਾ ਨਾ ਹੀ ਸਮਝਿਆ ਹੋਵੇ। ਸਤਿਗੁਰੂ ਜੀ ਕਿਰਪਾ ਕਰਨ। ਪਹਿਲਾਂ ਵੀ ਅਰਜ਼ ਕੀਤੀ ਹੈ ਵੀ ਠੱਲ ਪੈ ਜਾਣੀ ਆ, ਹੁਣ ਜ਼ਰੂਰ ਠੱਲ ਪਏਗੀ, ਐਸਾ ਹੋ ਨਹੀਂ ਸਕਦਾ ਹੈ। ਪਾਤਸ਼ਾਹ ਜੀ ਮਿਹਰ ਕਰਨ। ਤੋ ਭਾਈ ਸਾਹਿਬ ਭਾਈ ਤਲਵਿੰਦਰ ਸਿੰਘ ਜੀ ਦੀ ਜਿਹੜੀ ਸ਼ਹਾਦਤ ਹੈ, ਫਿਰ ਉਹ 1992 ਦੇ ਵਿੱਚ ਉਹਨਾਂ ਦੀ ਇਹ ਮਹਾਨ ਸ਼ਹਾਦਤ ਹੋਈ। ਕੌਮੀ ਸੰਘਰਸ਼ ਦੇ ਵਿੱਚ ਉਹਨਾਂ ਨੇ ਬਹੁਤ ਆਪਣਾ ਯਥਾਯੋਗ ਦਸਵੰਧ ਰੂਪ ਦੇ ਵਿੱਚ ਤਨ ਦੇ ਰਾਹੀਂ ਵੀ ਉਹਨਾਂ ਨੇ ਆਪਣੇ ਤਨ ਦਾ ਵੀ ਦਸਵੰਧ ਕੱਢਿਆ ਤੇ ਆਪਣੇ ਸਵਾਸਾਂ ਦਾ ਦਸਵੰਧ ਤਾਂ ਉਹ ਆਪਣੇ ਗੁਰੂ ਦੇ ਲੇਖੇ ਲਾ ਗਏ। ਤੋ ਸਤਿਗੁਰੂ ਜੀ ਕਿਰਪਾ ਕਰਨ। ਆਓ ਤੇ ਅੱਜ ਆਪਾਂ ਉਸ ਮਹਾਨ ਸੂਰਮੇ ਦੀ ਯਾਦ ਨੂੰ ਸਮਰਪਿਤ ਵੀ ਇਹ ਸਮਾਗਮ ਕਰ ਰਹੇ ਹਾਂ ਅਤੇ ਨਾਲ ਉਹਨਾਂ ਮਹਾਨ ਸਿੰਘਾਂ ਸਿੰਘਣੀਆਂ ਨੂੰ ਵੀ ਯਾਦ ਕਰਦੇ ਹਾਂ। ਤੇ ਅੱਜ ਦਾ ਜਿਹੜਾ ਬਚਨ ਪਿਛਲੇ ਦਿਨੀ ਅੱਸੂ ਦੇ ਮਹੀਨੇ ਦੀ ਸੰਪੂਰਨਤਾ ਹੋਈ ਹੈ ਤੇ ਅੱਗੋਂ ਕੱਤੇ ਦਾ ਮਹੀਨਾ ਆਰੰਭ ਹੋਇਆ ਹੈ। ਤੇ ਇਸ ਕੱਤੇ ਦੇ ਮਹੀਨੇ ਦੇ ਦੁਆਰਾ ਹਮੇਸ਼ਾ ਅਰਜ਼ ਕੀਤੀ ਹੈ ਕਿ 12 ਮਾਹ ਨਾਮ ਦੀ ਬਾਣੀ ਇੱਕ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ, ਇੱਕ ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ਵਿੱਚ, ਤੇ ਇੱਕ 12 ਮਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਵੀ ਉਚਾਰਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਲਿਖਤ ਵੀ ਹੈ। ਤੋ ਇਹਨਾਂ ਤਿੰਨਾਂ ਗੁਰੂ ਸਾਹਿਬਾਨਾਂ ਨੇ ਵੱਖੋ ਵੱਖ ਉਦਾਹਰਨਾਂ ਦੇ ਕੇ ਮਨੁੱਖ ਨੂੰ ਅੰਦਰੋਂ ਸੁਚੇਤ ਕੀਤਾ ਹੈ। ਪੌੜੀਆਂ ਇਹਦੀਆਂ 14 ਨੇ, ਪਰ ਮੇਨ ਪੌੜੀਆਂ ਜਿਹੜੀਆਂ ਹਨ ਉਹ ਹਨ 12 ਮਹੀਨਿਆਂ ਦੀ ਉਦਾਹਰਨ ਦੇ ਕੇ ਇੱਕ ਇੱਕ ਮਹੀਨੇ ਦੀ ਇਸ ਭੁੱਲੇ ਹੋਏ ਮਨੁੱਖ ਨੂੰ ਅਚੇਤ ਨੂੰ ਸੁਚੇਤ ਕੀਤਾ ਹੈ। ਤੋ ਕੱਤੇ ਦੇ ਮਹੀਨੇ ਦੇ ਰਾਹੀਂ ਕੀ ਉਪਦੇਸ਼ ਕਰਦੇ ਨੇ? ਕਿਉਂਕਿ ਜਦੋਂ ਕੱਤੇ ਦਾ ਮਹੀਨਾ ਸ਼ੁਰੂ ਹੁੰਦਾ ਤੇ ਠੰਡੀ ਮਿੱਠੀ ਰੁੱਤ ਸ਼ੁਰੂ ਹੋ ਜਾਂਦੀ ਹੈ ਤੇ ਸਤਿਗੁਰੂ ਜੀ ਇਸ ਮਹੀਨੇ ਦੇ ਦੁਆਰਾ ਉਪਦੇਸ਼ ਕਰਦੇ ਨੇ ਕਿ ਇਸ ਠੰਡੀ ਮਿੱਠੀ ਰੁੱਤ ਦੇ ਵਿੱਚ ਵੀ ਜੇ ਜੀਵ ਰੂਪੀ ਇਸਤਰੀ, ਜੇ ਤੂੰ ਪਰਮਾਤਮਾ ਤੋਂ ਵਿਛੜ ਗਈ ਹੈ ਤੇ ਦੁੱਖ ਦਾ ਕਾਰਨ ਕੀ ਹੈ, ਤੂੰ ਦੁਖੀ ਹੈ, ਵਿਪਤਾ ਦਾ ਕਾਰਨ ਕੀ ਹੈ, ਵਿਛੋੜੇ ਦਾ ਕਾਰਨ ਕੀ ਹੈ, ਤੈਨੂੰ ਚੁੰਬੜੇ ਹੋਏ ਵਿਕਾਰਾਂ ਦਾ ਕਾਰਨ ਕੀ ਹੈ, ਉਹ ਮੇਰੇ ਸਤਿਗੁਰੂ ਜੀ ਇਸ ਸ਼ਬਦ ਦੇ ਰਾਹੀਂ ਉਪਦੇਸ਼ ਕਰਨਗੇ। ਤੋ ਸਤਿਗੁਰੂ ਜੀ ਬਖਸ਼ਿਸ਼ ਕਰਨ। ਸਾਰੀ ਸੰਗਤ ਪਿਆਰ ਅਦਬ ਸਤਿਕਾਰ ਸਹਿਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ। ਕਤਕ ਕਰਮ, ਕਤਕ ਲਫ਼ਜ਼ ਬੋਲਣ ਵਿੱਚ ਸੇਮ ਹੀ ਹੈ ਪਰ ਲਿਖਤੀ ਰੂਪ ਦੇ ਵਿੱਚ 2 ਵਾਰੀ ਆਇਆ ਹੈ। ਇੱਥੇ ਜਿਹੜਾ ਕਤਕ ਆਪਾਂ ਪੜ੍ਹਿਆ ਹੈ ਨਾ, ਜਦੋਂ ਤੁਸੀਂ ਮੋਬਾਈਲ ਤੇ ਵੀ ਦੇਖ ਸਕਦੇ ਹੋ, ਜਿਹੜਾ ਪਾਠ ਹੈ ਉਹ ਹੈ ਕੱਕਾ, ਤੱਤੇ ਨੂੰ ਵੀ ਸਿਹਾਰੀ ਤੇ ਕੱਕੇ ਨੂੰ ਵੀ ਸਿਹਾਰੀ, ਕਤਕ। ਵਿਆਕਰਨ ਮੁਤਾਬਕ ਭਾਵ ਕੱਤੇ ਦੇ ਮਹੀਨੇ ਦੁਆਰਾ। ਤੇ ਜਿਹੜਾ ਅਖੀਰ ਦੇ ਵਿੱਚ ਆਏਗਾ ਨਾ ਕਤਕ, ਉਹ ਸਿਰਫ ਕੱਕਾ ਤੇ ਤੱਤੇ ਨੂੰ ਸਿਹਾਰੀ ਤੇ ਕੱਕਾ ਮੁਕਤ। ਗੁਰਬਾਣੀ ਗ੍ਰਾਮਰ ਨੂੰ ਜਿਹੜੇ ਸਮਝਣ ਵਾਲੇ ਸੱਜਣ ਨੇ, ਖੈਰ ਪਾਤਸ਼ਾਹ ਜੀ ਕਹਿੰਦੇ ਕਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ। ਕਾਹੂ ਜੋਗ ਕਿਸੇ ਤਾਈ। ਪਾਤਸ਼ਾਹ ਜੀ ਕਹਿੰਦੇ ਇਹ ਜੀਵ ਰੂਪੀ ਇਸਤਰੀ, ਜੀਵ ਰੂਪੀ ਇਸਤਰੀ ਤੋਂ ਭਾਵ ਹੈ ਨਰ ਮਾਦਾ ਦੋਵੇਂ, ਕਿ ਇਹ ਜੀਵ ਰੂਪ ਇਸਤਰੀ ਜੋ ਤੂੰ ਕਰਮ ਕਰ ਰਹੀ ਹੈ। ਕਰਮ ਹੁੰਦੇ ਨੇ 3 ਪ੍ਰਕਾਰ ਦੇ। ਇੱਕ ਹੁੰਦਾ ਹੈ ਅਚੇਤ ਕਰਮ, ਇੱਕ ਹੁੰਦਾ ਹੈ ਸੁਚੇਤ ਕਰਮ। ਤੇ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ, ਇੱਕ ਹੈ ਸਰੀਰਕ ਕਰਮ, ਇੱਕ ਹੈ ਵਾਚਕ ਕਰਮ ਤੇ ਇੱਕ ਹੈ ਮਾਨਸਿਕ ਕਰਮ। ਸਰੀਰਕ ਵਾਚਕ ਇਹ ਹੈ ਕਿ ਤੁਸੀਂ ਕਿਸੇ ਨੂੰ ਹੱਥਾਂ ਦੇ ਰਾਹੀਂ ਕਿਸੇ ਦੇ ਸਰੀਰ ਨੂੰ ਚੋਟ ਪਹੁੰਚਾਉਣੀ। ਵਾਚਕ ਕਰਮ ਹੈ ਜੋ ਤੁਸੀਂ ਬੋਲ ਕੇ ਕਿਸੇ ਦੇ ਹਿਰਦੇ ਨੂੰ ਚੋਟ ਪਹੁੰਚਾਉਣੀ ਬਿਨਾਂ ਗੱਲ ਤੋਂ ਹੀ, ਉਂਝ ਹੀ ਉਹਨੂੰ ਤੰਗ ਕਰਦੇ ਰਹਿਣਾ, ਉਹਨੂੰ ਕਹਿੰਦੇ ਨੇ ਵਾਚਕ ਕਰਮ। ਤੀਜਾ ਹੈ ਮਾਨਸਿਕ ਕਰਮ, ਮਨ ਦੇ ਪ੍ਰਤੀ ਹਮੇਸ਼ਾ ਦੂਜੇ ਪ੍ਰਤੀ ਬੁਰਾ ਹੀ ਸੋਚੀ ਜਾਣਾ। ਉਹ ਤੁਹਾਡੇ ਲਈ ਚੰਗਾ ਸੋਚ ਰਿਹਾ ਹੈ, ਤੁਸੀਂ ਬੁਰਾ ਸੋਚ ਰਹੇ ਹੋ, ਇਹਨੂੰ ਕਹਿੰਦੇ ਨੇ ਮਾਨਸਿਕ ਕਰਮ। ਸਰੀਰਕ ਕਰਮ ਵਾਚਕ ਬੋਲ ਕੇ ਕਰਨਾ,
ਤੇ ਮਾਨਸਿਕ ਬੋਲਦੇ ਨਹੀਂ, ਪਰ ਮਨ ਹੀ ਮਨ ਵਿੱਚ ਸੋਚ ਰਹੇ ਆ ਮੈਂ ਕੀ ਸੋਚ ਰਿਹਾ ਤੁਹਾਡੇ ਪ੍ਰਤੀ, ਤੁਸੀਂ ਬੈਠੇ ਮੇਰੇ ਪ੍ਰਤੀ ਕੀ ਸੋਚ ਰਹੇ ਹੋ, ਜਾਂ ਬਾਹਰ ਜਿਹੜੇ ਖਲੋਤੇ ਮੇਰੇ ਵੀਰ ਮੇਰੀ ਗੱਲ ਸੁਣ ਕੇ ਕਥਾ ਸੁਣ ਕੇ ਕੀ ਸੋਚਦੇ ਨੇ, ਇਹ ਹੁਣ ਤੁਸੀਂ ਥੋੜੀ ਸਮਝ ਸਕਦੇ ਵੀ ਉਹ ਕੀ ਕਹਿ ਰਹੇ ਨੇ। ਚੰਗਾ ਸੋਚ ਰਹੇ ਨੇ ਤਾਂ ਉਹ ਹੈ ਇੱਕ ਚੰਗਾ ਸ਼ੁਭ ਕਰਮ, ਮਾੜਾ ਸੋਚ ਰਹੇ ਨੇ ਬੁਰਾ, ਉਹਨੂੰ ਕਹਿੰਦੇ ਨੇ ਮਾਨਸਿਕ ਤੌਰ ਤੇ ਬੁਰਾ ਕਰਮ, ਜਿਹਨੂੰ ਆਖਿਆ ਜਾਂਦਾ ਪਾਪ। ਤੇ ਮੇਰੇ ਸਤਿਗੁਰੂ ਜੀ ਕਹਿੰਦੇ ਕਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ। ਐ ਜੀਵ ਰੂਪ ਇਸਤਰੀ, ਐ ਮਨੁੱਖ, ਜਿਹੜੇ ਤੂੰ ਕਰਮ ਕਰ ਰਿਹਾ ਨਾ ਤੇ ਆਪਣੇ ਕੀਤੇ ਹੋਏ ਕਰਮਾਂ ਦਾ ਦੋਸ਼ ਦੂਜੇ ਤੇ ਨਾ ਮੜ। ਸਾਡੇ ਪੰਜਾਬੀਆਂ ਦੀ ਤੇ ਇਹ ਇੰਜ ਕਹਿ ਲੋ ਰੀਤ ਹੀ ਚੱਲੀ ਆਉਂਦੀ ਹੈ ਵੀ ਜਦੋਂ ਕੋਈ ਕੰਮ ਵਿਗੜ ਜੇ ਫਿਰ ਸੋਚਦੇ ਆ ਵੀ ਨਾਂ ਕਿਹਦਾ ਲਾਈਏ, ਨਾਲ ਦੀ ਨਾਲ ਕਿਹਦਾ ਨਾਂ ਲਾਈਏ। ਘਰ ਵਿੱਚ ਵੀ ਜੇ ਚੀਜ਼ ਟੁੱਟ ਜੇ ਤਾਂ ਆਪਾਂ ਨਾਲ ਦੀ ਨਾਲ ਕਹਿੰਦੇ ਆ ਵੀ ਇਹਨੇ ਖਰਾਬ ਕੀਤੀ ਹੈ। ਬਸ ਇਸੇ ਤਰ੍ਹਾਂ ਮੇਰੇ ਸਤਿਗੁਰੂ ਜੀ ਕਹਿੰਦੇ ਜੋ ਕਰਮ ਤੂੰ ਕਰ ਰਿਹਾ ਦੱਦੈ ਦੋਸ਼ ਨ ਦੇਉ ਕਿਸੈ। ਦੋਸ਼ ਕਰਮਾਂ ਆਪਣਿਆਂ, ਤੁਰਿਆ ਜਾਂਦਾ ਮੂੰਹ ਹੋਰ ਪਾਸੇ ਸੀ, ਡਿੱਗ ਤੂੰ ਪਿਆ ਕਹਿੰਦਾ ਉਹ ਮੱਥੇ ਲੱਗਿਆ ਸੀ ਅੱਜ। ਹੁਣ ਇਹ ਤੂੰ ਕਿਉਂ ਨਹੀਂ ਮੰਨ ਲੈਂਦਾ ਕਿ ਮੈਂ ਹੀ ਗੱਡੀ ਤੇਜ਼ ਚਲਾ ਰਿਹਾ ਸੀ, ਮੈਂ ਹੀ ਕਾਲੀ ਕਾਲੀ ਤੁਰਿਆ ਜਾਂਦਾ ਸੀ, ਪਰ ਨਹੀਂ, ਆਪ ਕਰਮਾਂ ਤੋਂ ਬਰੀ ਹੋ ਗਿਆ ਤੇ ਦੂਜੇ ਨੂੰ ਦੋਸ਼ੀ ਬਣਾ ਦਿੱਤਾ ਹੈ। ਕੱਤਕ ਕਰਮ ਕਮਾਵਣੇ ਪਾਤਸ਼ਾਹ ਜੀ, ਕਿਉਂਕਿ ਕੱਤੇ ਦੇ ਮਹੀਨੇ ਵਿੱਚ ਲੋਕ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਧਰਮ ਦੇ ਪੁਜਾਰੀ ਸਨ, ਧਰਮ ਦੇ ਨਾਂ ਤੇ ਕਰਮ ਕਾਂਡੀ ਲੋਕ, ਉਹ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਰਹੇ ਸਨ। ਪਰ ਮੇਰੇ ਸਤਿਗੁਰਾਂ ਨੇ ਇਸ ਮਹੀਨੇ ਦੇ ਰਾਹੀਂ ਉਪਦੇਸ਼ ਬਖਸ਼ਿਆ ਕਿ ਨਹੀਂ, ਵਹਿਮ ਭਰਮ ਦੇ ਵਿੱਚ ਪਾ ਕੇ ਤੁਸੀਂ ਉਹਨਾਂ ਨੂੰ ਦੋਸ਼ੀ ਸਾਬਤ ਨਾ ਕਰੋ ਜਿਹੜਾ ਕਰਮ। ਇੱਕ ਹੋਰ ਉਦਾਹਰਨ ਕਹਿੰਦੇ ਬੰਦਾ ਕਵੇ ਇਹ ਕਿੱਦਾਂ ਪਤਾ ਚੱਲੇਗਾ ਵੀ ਕਰਮਾਂ ਦਾ ਫਲ ਮਿਲਦਾ ਹੈ, ਇਹ ਤੇ ਤੁਸੀਂ ਇੱਕ ਸਕਿੰਟ ਵਿੱਚ ਹੀ ਲੈ ਸਕਦੇ ਹੋ। ਮੰਨ ਲਓ ਬਾਹਰ ਆਪਾਂ ਖਲੋਤੇ ਹਾਂ, ਕਿਸੇ ਬੰਦੇ ਨੂੰ ਤੁਸੀਂ ਧੱਕਾ ਮਾਰੋ ਬਿਨਾਂ ਗੱਲ ਤੋਂ, ਧੱਕਾ ਮਾਰਨਾ ਕੀ ਹੈ, ਇੱਕ ਕਰਮ ਹੈ। ਉਹ ਬਦਲੇ ਵਿੱਚ ਤੁਹਾਨੂੰ ਚਪੇੜ ਮਾਰੇਗਾ ਕਿ ਜਿਹੜਾ ਤੁਸੀਂ ਕਰਮ ਕੀਤਾ ਨਾਲ ਦੀ ਨਾਲ ਤੁਹਾਨੂੰ ਸਜ਼ਾ ਨਹੀਂ ਮਿਲ ਗਈ। ਕਿਸੇ ਬੰਦੇ ਨੂੰ ਤੁਸੀਂ ਇੱਕ ਗਾਲ ਕੱਢਦੇ ਹੋ ਤੇ ਉਹ ਤੁਹਾਨੂੰ ਅੱਗੋਂ ਦੋ ਕੱਢਦਾ ਹੈ ਕਿ ਤੁਹਾਡਾ ਜਿਹੜਾ ਬੀਜ ਬੀਜਿਆ ਉਹ ਵਾਪਸ ਤੁਹਾਨੂੰ ਮਿਲ ਨਹੀਂ ਗਿਆ। ਤੇ ਸਤਿਗੁਰੂ ਇਹੀ ਉਪਦੇਸ਼ ਕਰਦੇ ਨੇ, ਕਹਿੰਦੇ ਆਪਣੇ ਕੀਤੇ ਕਰਮਾਂ ਕਰਕੇ ਜੋ ਜੋ ਤੂੰ ਕੀਤਾ ਹੈ ਇਹਦਾ ਦੋਸ਼ੀ ਤੂੰ ਕਿਸੇ ਹੋਰ ਦੂਜੇ ਨੂੰ ਨਾ ਠਹਿਰਾਈ, ਇਹ ਦੋਸ਼ ਦੇਣਾ ਠੀਕ ਨਹੀਂ ਹੈ। ਤੇ ਪਾਤਸ਼ਾਹ ਜੀ ਅੱਗੇ ਬੜਾ ਪਿਆਰਾ ਜ਼ਿਕਰ ਕਰਦੇ ਨੇ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਵਿਆਪਨ ਦੇ ਅਰਥ ਨੇ ਜ਼ੋਰ ਪਾ ਲੈਂਦੇ ਨੇ। ਭੁੱਲਿਆਂ ਲਫ਼ਜ਼ ਨੇ ਜਿਹੜਾ ਇਹ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ। ਬੰਦਾ ਰਸਤਾ ਭੁੱਲ ਜੇ ਦੁਖੀ ਹੁੰਦਾ ਹੈ, ਬੰਦਾ ਕਿਸੇ ਚੀਜ਼ ਨੂੰ ਭੁੱਲ ਜੇ ਦੁਖੀ ਹੁੰਦਾ ਹੈ। ਘਰੋਂ ਕੁਝ ਸਮਾਨ ਲੈ ਕੇ ਜਾਣਾ ਸੀ, ਕਿਸੇ ਨੂੰ ਦੇਣਾ ਸੀ ਆਫਿਸ ਜਾਂ ਕੰਮ ਤੇ, ਘਰੇ ਭੁੱਲ ਗਿਆ, ਉੱਥੇ ਪਹੁੰਚਿਆ ਤੇ ਜਿਹੜੀ ਚੀਜ਼ ਭੁੱਲ ਗਿਆ ਦੁਖੀ ਕਿੰਨਾ ਹੋਇਆ। ਜੇ ਸੰਸਾਰਿਕ ਤੌਰ ਤੇ ਕਿਸੇ ਵਸਤੂ ਨੂੰ ਭੁੱਲਣ ਕਰਕੇ ਅਸੀਂ ਇੰਨੇ ਦੁਖੀ ਹੋ ਜਾਂਦੇ ਆ, ਤੇ ਮੇਰੇ ਸਤਿਗੁਰੂ ਜੀ ਕਹਿੰਦੇ ਕਿ ਤੂੰ ਮਾਲਕ ਨੂੰ, ਵਾਹਿਗੁਰੂ ਨੂੰ ਭੁੱਲਣ ਕਰਕੇ ਕੀ ਬੰਦਾ ਦੁਖੀ ਨਹੀਂ ਹੋਏਗਾ। ਬਸ ਦੁੱਖ ਦਾ ਕਾਰਨ ਇਹੀ ਹੈ ਕਿ ਇਹ ਜੀਵ ਰੂਪੀ ਇਸਤਰੀ ਪਰਮਾਤਮਾ ਨੂੰ ਭੁੱਲੀ ਹੈ, ਉਹਦੇ ਉਪਦੇਸ਼ ਨੂੰ, ਉਹਦੇ ਨਾਮ ਨੂੰ, ਉਹਦੀ ਸਿੱਖਿਆ ਨੂੰ, ਉਹਨੂੰ ਭੁੱਲਣ ਕਰਕੇ ਸਾਰੇ ਰੋਗਾਂ ਨੇ ਆ ਕੇ ਇਹਦੇ ਉੱਪਰ ਜ਼ੋਰ ਪਾ ਲਿਆ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਟੀਵੀ ਤੇ ਐਡਾਂ ਆਉਂਦੀਆਂ ਨੇ, ਅਖਬਾਰਾਂ ਤੇ ਆ ਰਹੀਆਂ ਨੇ, ਫੋਨ ਕਰੋ ਜੀ ਤੁਹਾਡੇ ਮਸਲੇ ਨਾਲ ਦੀ ਨਾਲ ਹੱਲ ਹੋਣਗੇ। ਬੜੀਆਂ ਐਡਾਂ ਆਉਂਦੀਆਂ, ਦੱਸੋ ਜੀ ਤੁਹਾਡਾ ਕਿਹੜਾ ਮਸਲਾ ਅਸੀਂ ਪਲ ਵਿੱਚ ਹੱਲ ਕਰ ਦਈਏ। ਬੈਠੇ ਪੰਜਾਬ ਦੇ ਵਿੱਚ ਨੇ, ਪਟਿਆਲੇ ਬਹੁਤ ਬੈਠੇ ਹੁੰਦੇ, ਸ਼ੇਰਾਂ ਵਾਲਾ ਚੌਂਕ ਨਾ ਸਾਡੇ ਉੱਥੇ ਸੰਗਰੂਰ ਲਾਗੇ ਪਟਿਆਲਾ ਪੈਂਦਾ, 50 ਕਿਲੋਮੀਟਰ ਲਗਭਗ। ਉਹ ਜਦੋਂ ਜਾਈਦਾ ਨਾ ਬੜੇ ਬੈਠੇ ਉੱਥੇ ਤਪੜੀਆਂ ਜੀਆਂ ਵਿਛਾ ਕੇ, ਆਓ ਸਰਦਾਰ ਜੀ ਆਓ ਆਓ, ਐਦਾਂ ਝੱਗੇ ਖਿੱਚਦੇ ਹੋ, ਆਓ ਕਹਾਂ ਜਾਣਾ, ਕੈਨੇਡਾ ਜਾਣਾ ਕਿ ਅਮਰੀਕਾ। ਮੈਂ ਇੱਕ ਨੂੰ ਆਖਿਆ ਪਹਿਲਾਂ ਤੂੰ ਜਾਇਆ, ਮੈਂ ਆਪੇ ਜਾਇਆ ਬਾਅਦ 'ਚ। ਕਹਿੰਦੇ ਭੇਜੀਏ ਤੈਨੂੰ ਕੈਨੇਡਾ। ਐਦਾਂ
ਐਦਾਂ ਲੋਕ ਕਾਰਨ ਕੀ ਵੀ ਅਸੀਂ ਉਹਨਾਂ ਦੀ ਗੱਲ ਮੰਨਦੇ ਆ ਜਿਹੜੇ ਗੁਰੂ ਅੱਗੇ ਅਰਦਾਸ ਕਰਦੇ ਆ ਉਹ ਤੇ ਭਰੋਸਾ ਨਹੀਂ। ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਕੀ ਹੈ? ਜਦੋਂ ਜੋ ਗੁਰਬਾਣੀ ਕਹਿ ਰਹੀ ਹੈ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਜੋ ਗੁਰੂ ਕਹਿੰਦਾ ਉਹਨੂੰ ਜੀਵਨ ਵਿੱਚ ਲਾਗੂ ਕਰ ਲਵੇ। ਬਾਣੀ ਇਹ ਕਹਿੰਦੀ ਹੈ ਤੇ ਤੂੰ ਲੋਕਾਂ ਨੂੰ ਪੁੱਛਦਾ ਹੈ, ਵਹਿਮੀ ਭਰਮੀਆਂ ਨੂੰ। ਬੇਮੁਖ ਹੋਏ RAM ਤੇ ਲੱਗਨ ਜਨਮ ਵਿਜੋਗ। ਵੇਮੁਖਤਾਈ ਦੇ ਅਰਥ ਕੀ ਹੁੰਦੇ ਨੇ? ਪਤਾ ਸਭ ਕੁਝ ਹੈ ਪਰ ਫਿਰ ਵੀ ਗੁਰੂ ਦੀ ਗੱਲ ਮੰਨਣ ਨੂੰ ਤਿਆਰ ਨਹੀਂ। ਲੱਗਨ ਜਨਮ ਵਿਜੋਗ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਜਨਮਾਂ ਦੇ ਵਿਜੋਗ ਦੇ ਅਰਥ ਨੇ ਫਿਰ ਵਿਛੋੜੇ ਪੈ ਜਾਂਦੇ ਨੇ। ਜਨਮਾਂ ਦੇ ਵਿਛੋੜੇ ਜੀਵ ਰੂਪੀ ਇਸਤਰੀ ਨੂੰ ਪਏ ਨੇ। ਤੇ ਇੰਜ ਕਹਿ ਲੋ ਦੁੱਖ ਦਾ ਕਾਰਨ ਹੀ ਇਹ ਹੈ ਕਿ ਤੂੰ ਉਸ ਪ੍ਰਮਾਤਮਾ ਨੂੰ ਭੁੱਲਿਆ ਤੇ ਭੁੱਲਣ ਕਰਕੇ ਹੀ ਵਿਛੋੜਾ ਪਿਆ ਹੈ। ਬੇਮੁਖ ਹੋਏ RAM ਤੇ ਲੱਗਨ ਜਨਮ ਵਿਜੋਗ। ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਮਾਇਆ ਭੋਗ ਦੇ ਅਰਥ ਨੇ ਵੀ ਜੋ ਪਦਾਰਥਵਾਦੀ ਯੁੱਗ ਹੈ, ਮਾਇਆ ਧਨ ਦੌਲਤ ਘਰ ਬਾਰ ਸੋਹਣਾ, ਇਹਦਾ ਹੋਣਾ ਕੋਈ ਮਾੜੀ ਗੱਲ ਨਹੀਂ। ਪਾਤਸ਼ਾਹ ਜੀ ਕਹਿੰਦੇ ਜੇ ਤੂੰ ਪਦਾਰਥਵਾਦੀ ਯੁੱਗ ਦੇ ਵਿੱਚ ਦੁਨੀਆ ਦੀਆਂ ਮੌਜਾਂ ਦੇ ਵਿੱਚ ਇੰਨਾ ਕੁ ਡੁੱਬ ਗਿਆ, ਇੰਨਾ ਕੁ ਖੁੱਭ ਗਿਆ ਤੇ ਪਾਤਸ਼ਾਹ ਜੀ ਕਹਿੰਦੇ ਫਿਰ ਯਾਦ ਰੱਖੀ। ਤੁਸੀਂ ਵੇਖਦੇ ਹੋ ਨਾ ਆਪਾਂ ਸੋਸ਼ਲ ਮੀਡੀਆ ਰਾਹੀਂ ਕਿ ਵਿਆਹ ਹੋ ਰਿਹਾ ਹੁੰਦਾ, ਲੋਕ ਨੱਚ ਟੱਪ ਰਹੇ ਹੁੰਦੇ। ਖੁਸ਼ੀ ਮਨਾਉਣੀ ਕੋਈ ਮਾੜੀ ਗੱਲ ਨਹੀਂ, ਕਿਉਂਕਿ ਵਿਆਹਾਂ ਦੇ ਵਿੱਚ ਨੱਚ ਟੱਪ ਰਹੇ ਹੁੰਦੇ ਆ ਪਰ ਖੁਸ਼ੀ ਤੋਂ ਵੀ ਗਾਹਾਂ ਕੰਮ ਗਾਹ ਲੰਘ ਜਾਂਦਾ ਹੈ। ਗੰਨਾਂ ਹੱਥਾਂ ਵਿੱਚ ਹੁੰਦੀਆਂ ਤੇ ਫੈਰ ਲੋਕ ਕੱਢਦੇ ਨੇ, ਨਸ਼ੇ ਵਿੱਚ ਪਤਾ ਨਹੀਂ ਚੱਲਦਾ। ਇੱਕ ਵੀਡੀਓ ਦੇਖੀ ਕਿ ਉਹ ਲਾੜੇ ਦੇ ਹੀ ਕਹਿੰਦੇ ਗੋਲੀ ਵੱਜੀ ਸਟੇਜ ਤੇ ਤੁਸੀਂ ਮਹਿਸੂਸ ਕਰੋ ਵੀ ਉਹ ਜਿਹੜੀ ਕਿਸੇ ਦੀ ਵਿਚਾਰੀ ਬੱਚੀ ਧੀ ਹੋਵੇਗੀ, ਜਿਹੜੀ ਸੁਹਾਗਣ ਹੁੰਦਿਆਂ ਹੀ ਵਿਚਾਰੀ ਦਾ ਸੁਹਾਗ ਉਜੜ ਗਿਆ। ਕਿਸੇ ਦਾ ਪੁੱਤ, ਕਿਸੇ ਦੀ ਧੀ, ਕਿੰਨੇ ਰਿਸ਼ਤਿਆਂ ਦਾ ਪਲਾਂ ਦੇ ਵਿੱਚ ਘਾਣ ਹੋ ਗਿਆ। ਉਹਦਾ ਕਾਰਨ ਸੀ ਸਾਡੀ ਨਲਾਇਕੀ ਤੇ ਇੰਜ ਕਹਿ ਲੋ ਸਾਡੀਆਂ ਫੁਕਰੀਆਂ, ਸਾਡੇ ਫੁਕਰੇਪਣ ਕਰਕੇ ਪਲਾਂ ਦੇ ਵਿੱਚ ਉਹ ਮੌਜਾਂ ਜਿਹੜੀਆਂ ਸਨ ਉਹ ਕੌੜੀਆਂ ਹੋ ਗਈਆਂ। ਖਿੰਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਪਲਾਂ ਦੇ ਵਿੱਚ ਉਹ ਜਿਹੜੀਆਂ ਮੌਜਾਂ ਸਨ ਨਾ, ਪਦਾਰਥ ਦੀਆਂ ਖੁਸ਼ੀਆਂ, ਸੰਸਾਰ ਦੀਆਂ, ਇੰਜ ਕਹਿ ਲੋ ਇੱਕ ਖਿੰਨ ਦੇ ਵਿੱਚ ਹੀ ਉਹ ਇੰਜ ਕਹਿ ਲੋ ਖੁਸ਼ੀਆਂ ਗਮੀ ਵਿੱਚ ਤਬਦੀਲ ਹੋ ਗਈਆਂ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ਼। ਵਿਚਨਾ ਦੇ ਅਰਥ ਨੇ ਵਿਚੋਲਾਪਨ। ਐ ਮਨਾ ਤੂੰ ਆਪਣੇ ਕੀਤੇ ਕਰਮਾਂ ਕਰਕੇ, ਇਸ ਬਾਣੀ ਦੇ ਆਰੰਭ ਦੇ ਵਿੱਚ ਹੀ ਗੁਰੂ ਸਾਹਿਬ ਨੇ ਕਹਿ ਦਿੱਤਾ ਹੈ ਕਿਰਤ ਕਰਮ ਕੇ ਵਿਛੜੇ। ਭਾਵ ਤੂੰ ਆਪਣੇ ਕੀਤੇ ਕਰਮਾਂ ਕਰਕੇ ਵਿਛੜਿਆ ਹੈ। ਫਿਰ ਕਿਸੇ ਨੂੰ ਦੋਸ਼ੀ ਨਾ ਠਹਿਰਾ, ਅਰਦਾਸ ਇਹ ਕਰ ਕਿਰਪਾ ਮੇਲੋ RAM। ਹੇ ਵਾਹਿਗੁਰੂ ਕਿਰਪਾ ਕਰੋ, ਹੁਣ ਮਿਲ ਦਿਓ। ਆਪਣੀ ਗਲਤੀ ਤੇ ਔਗਣਾ ਕਰਕੇ ਮੈਂ ਤੁਹਾਡੇ ਤੋਂ ਵਿਛੜ ਗਿਆ, ਕਿਰਪਾ ਕਰਕੇ ਹੁਣ ਮੈਨੂੰ ਤੁਸੀਂ ਆਪਣੇ ਨਾਲ ਜੋੜ ਲਓ। ਤੋ ਸਤਿਗੁਰੂ ਜੀ ਕਹਿੰਦੇ ਵਿੱਚ ਨਾ ਕੋਈ ਕਰ ਸਕੇ, ਵਿਚੋਲਾਪਣ ਕੋਈ ਹੁਣ ਕਰ ਨਹੀਂ ਸਕੇਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸੀਆ ਅਰਦਾਸ ਕਰ ਸਕਦਾ ਹੈ। ਸੰਗਤੀ ਰੂਪ ਦੇ ਵਿੱਚ ਅਰਦਾਸ ਕਰਦਿਆਂ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਗੁਰੂ ਸਾਹਿਬ ਜੀ ਉਹਨੂੰ ਪ੍ਰਵਾਨ ਕਰਦੇ ਨੇ। ਪਰ ਤੁਸੀਂ ਵਿਚੋਲਾ ਕਿਸੇ ਦੇਹ ਧਾਰੀ ਨੂੰ ਬਣਾਓ, ਕਿਸੇ ਪਖੰਡੀ ਬਾਬੇ ਨੂੰ ਤੁਸੀਂ ਬਣਾਓ ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਇਹ ਸਿੱਖੀ ਨਹੀਂ ਹੈ। ਜਿਹੜੀ ਸਿੱਖੀ ਗੁਰੂ ਨਾਨਕ ਸਾਹਿਬ ਜੀ ਬਖਸ਼ ਕੇ ਗਏ ਸਨ ਉਹ ਸਿੱਖੀ ਦੀ ਰੂਪ ਰੇਖਾ ਆਪਾਂ ਬਦਲ ਦਿੱਤੀ ਹੈ। ਖੈਰ ਬੇਨਤੀ ਕਰਾਂ, ਪਾਤਸ਼ਾਹ ਜੀ ਕਹਿੰਦੇ ਵਿੱਚ ਨਾ ਕੋਈ ਕਰ ਸਕੈ, ਕੋਈ ਵੀ ਵਿਚੋਲਾਪਣ ਨਹੀਂ ਕਰ ਸਕੇਗਾ। ਕਿਸ ਥੈ ਰੋਵੈ ਰੋਜ਼, ਜਿੰਨਿਆਂ ਦੇ ਕੋਲ ਮਰਜੀ ਜਾ ਕੇ ਰੋ ਲਈ, ਜਿੰਨੀਆਂ ਮਰਜੀ ਬੇਨਤੀਆਂ ਜਾਦੂ ਟੂਣੇ ਮੰਤਰ ਅਸੀਸਾਂ ਲੈ ਲਵੀਂ, ਕੁਝ ਨਹੀਂ ਹੋਣਾ। ਕਿਉਂਕਿ ਇਹ ਜੀਵ ਰੂਪ ਆਤਮਾ ਤੇਰੇ ਵਿਛੋੜੇ ਦਾ ਕਾਰਨ ਇਹ ਹੈ
कि तू कर्म ही कुछ ऐदां दे कीते ने, पर हुण तू अरदास करके कर किरपा मेलो राम। सतगुरु जी किरपा करदे अखीर विच, कीता किशु ना होवई लिखिया धुर संजोग। कहंदे किसे दे कीतियां कुछ हो सकदा है, कोई तुहाडी कर्मां दी जां तकदीर कोई बदल सकदा है, कोई तुहाडी तकदीर नहीं बदल सकदा। तुहाडे कीते कर्म कोई बदल नहीं सकदा। हाँ एक है जिहड़ा बदल सकदा है, ਉਹਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਇਹਨਾਂ ਦੀ ਬਾਣੀ, ਸਤਿਗੁਰਾਂ ਦੀ ਜਿਹੜੀ ਬਾਣੀ ਹੈ ਨਾ, ਉਹ ਤੁਹਾਡੀ ਤਕਦੀਰ, ਕਿਸਮਤ, ਤੁਹਾਡੇ ਵਿਚਾਰ, ਤੁਹਾਡੇ ਖਿਆਲ, ਤੁਹਾਡੇ ਮਾੜੇ ਖਿਆਲ, ਤੁਹਾਡੀ ਔਗਣਾ ਵਾਲੀ ਬਿਰਤੀ ਗੁਰੂ ਸਾਹਿਬ ਜੀ ਗੁਣਾਂ ਵਿੱਚ ਤਬਦੀਲ ਕਰਨ ਦੀ ਸਮਰੱਥਾ ਰੱਖਦੇ ਨੇ। ਵੈਸੇ ਜਿਹੜੀ ਧਰਮ ਦੀ ਯਾਤਰਾ ਹੈ ਨਾ, ਉਹ ਹਨੇਰੇ ਤੋਂ ਹੀ ਹੁੰਦੀ ਹੈ, ਔਗਣਾ ਤੋਂ। ਔਗਣਾ ਤੋਂ ਹੀ ਧਰਮ ਦੀ ਯਾਤਰਾ ਸ਼ੁਰੂ ਹੁੰਦੀ ਹੈ। ਜੇ ਤੁਹਾਡੇ ਜੀਵਨ ਵਿੱਚ ਔਗਣ ਨੇ ਤੇ ਜਿਵੇਂ ਜਿਵੇਂ ਤੁਹਾਨੂੰ ਔਗਣਾਂ ਦਾ ਪਤਾ ਲੱਗੇਗਾ ਤੇ ਤੁਸੀਂ ਗੁਰੂ ਕੋਲ ਆਓਗੇ ਤੇ ਤੁਹਾਡੇ ਜੀਵਨ ਵਿੱਚ ਗੁਣ ਆਉਣਗੇ ਤੇ ਔਗਣ ਘਟਦੇ ਜਾਣਗੇ ਤੇ ਗੁਣ ਵੱਧਦੇ ਜਾਣਗੇ। ਤੇ ਗੁਣ ਦੇ ਅਰਥ ਨੇ ਗੁਰੂ ਦੀ ਸਿਫਤ ਸਲਾਹ, ਗੁਰੂ ਦਾ ਉਪਦੇਸ਼। ਪਾਤਸ਼ਾਹ ਕਹਿੰਦੇ ਬਚਨ ਕਰ ਰਹੇ ਨੇ, ਕੀਤਾ ਕਿਛੂ ਨਾ ਹੋਵੀ, ਕਿਸੇ ਦੇ ਕੀਤਿਆਂ ਕੁਝ ਨਹੀਂ ਹੋਣਾ, ਕਿਉਂਕਿ ਜੋ ਰੱਬ ਦੇ ਹਜ਼ੂਰੋਂ ਦਰਗਾਹੋਂ, ਜੋ ਤੁਹਾਡੀ ਕਿਸਮਤ ਵਿੱਚ ਉਸ ਮਾਲਕ ਵਾਹਿਗੁਰੂ ਨੇ ਲਿਖਿਆ। ਜਿਹੜੇ ਵਿਦਵਾਨਾਂ ਟੀਕਾਕਾਰਾਂ ਦੇ ਅਰਥ ਇਹ ਨੇ, ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ। ਇਹਦਾ ਮਤਲਬ ਵੀ ਜੋ ਲਿਖਿਆ ਉਹ ਹੋ ਕੇ ਰਹਿਣਾ ਹੈ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਪਰ ਜੋ ਕਰਮ ਤੂੰ ਕਰ ਰਿਹਾ ਇਹ ਬਦਲਿਆ ਜਾ ਸਕਦਾ ਹੈ ਜੇ ਤੂੰ ਆਪਣੀ ਸੋਚ ਬਦਲ ਲਈ। ਹਰ ਇੱਕ ਸਾਡੇ ਰਹਿਣ ਸਹਿਣ ਦਾ ਢੰਗ ਬਦਲ ਗਿਆ, ਸਾਡਾ ਦੁਨੀਆ ਦੇ ਵਿੱਚ ਵਿਚਰਨ ਦਾ ਢੰਗ ਬਦਲ ਗਿਆ, ਸਾਡੇ ਬੋਲਣ ਦੇ ਤੌਰ ਤਰੀਕੇ ਬਦਲ ਗਏ, ਇੱਕ ਦੂਜੇ ਨੂੰ ਮਿਲਣ ਦਾ ਤੌਰ ਤਰੀਕਾ ਬਦਲ ਗਿਆ, ਗੱਲਬਾਤ ਕਰਨ ਦਾ ਤਰੀਕਾ ਬਦਲ ਗਿਆ। ਤੇ ਜੇ ਨਹੀਂ ਬਦਲੀ ਤੇ ਬੰਦੇ ਦੀ ਸੋਚ ਨਹੀਂ ਬਦਲੀ, ਉਹ ਜਿਉਂਦੀ ਤਿਉਂ ਹੀ ਚੁੱਕੀ ਫਿਰਦਾ ਹੈ। ਕੀਤਾ ਕਿਛੂ ਨਾ ਹੋਵੀ ਲਿਖਿਆ ਧੁਰ ਸੰਜੋਗ, ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ। ਕਹਿੰਦੇ ਵਿਯੋਗ ਤੋਂ ਭਾਵ ਕੀ ਹੈ? ਵਿਛੋੜਾ। ਵੱਡ ਭਾਗੀ, ਜੇ ਕਹਿੰਦੇ ਵੱਡਿਆਂ ਭਾਗਾਂ ਦੇ ਦੁਆਰਾ ਮੇਰਾ ਪ੍ਰਭੂ ਉਹ ਮਾਲਕ ਵਾਹਿਗੁਰੂ ਜੇ ਮੈਨੂੰ ਮਿਲ ਪਵੇ ਜਾਂ ਉਹ ਵਾਹਿਗੁਰੂ ਮੈਨੂੰ ਮਿਲ ਗਿਆ, ਉਤਰੈ ਸਭ ਵਿਯੋਗ। ਜਿਹੜੇ ਗਮ ਸਨ, ਜਿਹੜੇ ਦੁੱਖ ਸਨ, ਵਿਛੋੜੇ ਕਰਕੇ ਹੀ ਮੈਂ ਦੁਖੀ ਸਾਂ। ਤੇ ਜਦੋਂ ਪੂਰਾ ਗੁਰੂ ਮਿਲ ਗਿਆ, ਮਿਲਣ ਤੋਂ ਭਾਵ ਉਹਦੀ ਸਮਝ ਲੱਗ ਗਈ ਤੇ ਇਹ ਸਭ ਹੁਣ ਵਿਛੋੜੇ ਦੂਰ ਹੋ ਗਏ, ਦੁੱਖ ਦੂਰ ਹੋ ਗਏ। ਅਖੀਰ ਵਿੱਚ ਕਹਿੰਦੇ ਨਾਨਕ ਕਉ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਬੰਦੀ ਮੋਚ ਦੇ ਅਰਥ ਨੇ ਬੰਦੀ ਛੋੜ। ਬੰਦੀ ਛੋੜ ਦਿਵਸ ਹੈ ਜਿਹੜਾ ਉਹ ਆਪਾਂ ਹਰ ਸਾਲ ਮਨਾਉਂਦੇ ਆ, ਉਹ ਵਿਚਾਰ ਆਪਾਂ ਕਰਾਂਗੇ। ਪੰਜਵੇਂ ਜਾਮੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬੰਦੀ ਛੋੜ ਹੈ ਕੌਣ? ਅਕਾਲ ਪੁਰਖ ਵਾਹਿਗੁਰੂ। ਫਿਰ ਛੇਵੇਂ ਜਾਮੇ ਵਿੱਚ ਉਹਦਾ ਪ੍ਰੈਕਟੀਕਲ ਮੇਰੇ ਗੁਰੂ ਸਾਹਿਬ ਜੀ ਨੇ ਵੀ ਕੀਤਾ, ਸਰੀਰਕ ਫਿਜ਼ੀਕਲ ਤੌਰ ਤੇ ਵੀ ਮੇਰੇ ਗੁਰੂ ਨੇ ਉਹ ਸਾਡੇ ਸਾਹਮਣੇ ਰੱਖ ਦਿੱਤਾ, ਕਿੱਦਾਂ 52 ਰਾਜਿਆਂ ਨੂੰ ਰਿਹਾ ਕਰਵਾਉਣਾ ਹੈ। ਵੱਡ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੈ ਸਭ ਵਿਯੋਗ, ਨਾਨਕ ਕਉ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਮੈਨੂੰ ਨਾਨਕ ਦਾਸ ਨੂੰ ਆਪ ਜੀ ਨੇ ਕਿਰਪਾ ਕਰਕੇ ਰੱਖਣਾ ਕੀਤਾ ਹੈ। ਐ ਮੇਰੇ ਬੰਦੀ ਛੋੜ ਅਕਾਲ ਪੁਰਖ ਵਾਹਿਗੁਰੂ, ਜਿੱਥੇ ਤੂੰ ਸਰੀਰਕ ਬੰਧਨਾਂ ਤੋਂ ਮੁਕਤ ਕਰਦਾ ਹੈ, ਉੱਥੇ ਤੂੰ ਸਾਡੇ ਮਨ ਨੂੰ ਜਿਹੜੇ ਤਰ੍ਹਾਂ ਤਰ੍ਹਾਂ ਦੇ ਵਿਕਾਰ ਬੰਧਨ ਸੰਗਲ ਪਏ ਨੇ ਉਹਨੂੰ ਤੋੜਨ ਦੀ ਤੁਸੀਂ ਸਮਰੱਥਾ ਰੱਖਦੇ ਹੋ। ਕਤਕ ਹੋਵੈ ਸਾਧ ਸੰਗ ਬਿਨਸੈ ਸਭੇ ਸੋਚ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ। ਸੋਚ ਦੇ ਅਰਥ ਨੇ ਇੱਥੇ ਝੋਰੇ, ਫਿਕਰ, ਪਛਤਾਵਾ। ਕਤਕ ਹੋਵੇ, ਕਤਕ ਮਹੀਨੇ ਦੁਆਰਾ ਸਤਿਗੁਰੂ ਉਪਦੇਸ਼ ਕਰਦੇ ਨੇ। ਜਿਹੜੇ ਲੋਕ ਇਸ ਮਹੀਨੇ ਵਹਿਮ ਭਰਮ ਕਰਦੇ ਸਨ ਨਾ, ਮੇਰੇ ਗੁਰੂ ਨੇ ਇਸੇ ਮਹੀਨੇ ਰਾਹੀਂ ਸਾਨੂੰ ਹੌਸਲਾ, ਧੀਰਜਤਾ, ਉਪਦੇਸ਼ ਬਖਸ਼ਿਆ ਵੀ ਜੇ ਇਸ ਮਹੀਨੇ ਵਿੱਚ ਤੂੰ ਗੁਰੂ ਦੀ ਸੰਗਤ ਕਰ ਲੈ, ਪੂਰੇ ਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਕਰੇ, ਕੀ ਹੋਵੇਗਾ? ਬਿਨਸੈ ਸਭੇ ਸੋਚ। ਤੇਰੇ ਜੀਵਨ ਦੇ ਵਿੱਚੋਂ ਝੋਰੇ ਤੇ ਫਿਕਰ ਆਦਿਕ ਸਭ ਮੁੱਕ
ਤੇ ਖਤਮ ਹੋ ਜਾਣਗੇ। ਇੰਨੀ ਕੁ ਹਾਜ਼ਰੀ ਆਪ ਸੰਗਤ ਨੇ ਪ੍ਰਵਾਨ ਕਰਨੀ। ਪਾਵਨ ਗੁਰਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਗਲਤੀਆਂ ਅੱਗੋਂ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੋਝੀ ਸੁਮਤ ਪ੍ਰਦਾਨ ਕਰਨ। ਬਚਨ ਗੁਰੂ ਕਾ ਜਾਣ ਕੇ ਹਿਰਦੇ ਵਿੱਚ ਵਸਾਉਣਾ। ਔਗੁਣਾ ਚਿਤਾਰਨੇ ਭੁੱਲ ਚੁੱਕ ਦੀ क्षमा ਬਖਸ਼ੋ। ਸੀਸ ਗੱਜ ਵੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह। पहला मार्ग कबूल जीवन की शब्द आस हो सदनाम की प्रेरणा तो आओ हमारे पास। गुरु भाई साहब जी वाहिगुरू जी का खालसा वाहिगुरू जी की फतेह। तय दिल तरवादी हाँ भाई साहब भाई कसे तक सिंह जी होना और मैं बेनती करूँगा साढ़े बहुत ही सत्कारयोग अंकल जी अंकल नरवल सिंह जी थियाड़ा जिन्होंने बड़े लंबा समा इस गुरु घर के सैकटरी की सेवा की है। उन्होंने पोतरी बीबी रणजोत कौर उन्होंने बेनती करता हाँ कि स्टेज उत्ते आउण। जो आप सेंसस जो मरदम शुमारी होती है उस मरदम शुमारी के की बैनीफिट हैं कि बैनीफिट असीं किदां लै सकते हाँ उन्होंने प्रथाए संगतां दे नाल जानकारी साझी करनगे। इन्हां तो उपरंत अपने पास पैन लगा रहे हैं उन्होंने भी थोड़ा थोड़ा समा हाज़री भरनी है। आओ अपनी बीबी रणजोत कौर जी अंकल नरवल सिंह थियाड़ा जी पोतरी उन्होंने विचार साझा करिए। वाहिगुरू जी का खालसा।